हाँ जी, सत श्री अकाल। मैं कुलदीप ਸਿੰਘ ਸਿੱਧੂ ਤੇ ਆਪਾਂ ਸਟੂਡੈਂਟਸ ਦੀ ਡਿਮਾਂਡ ਤੇ ਹੀ ਦੂਜੀ ਮੈਰਾਥਨ ਵੀਡੀਓ ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਐਬਰੀਵੇਸ਼ਨਾਂ ਜਿਹੜੀਆਂ ਕਿ ਕੰਪਿਊਟਰ ਦੇ ਪੁਰਾਣੇ ਪੇਪਰਾਂ ਦੇ ਵਿੱਚ ਆਈਆਂ ਹੋਈਆਂ ਨੇ, ਚਾਹੇ ਉਹ ਪੰਜਾਬ ਪੁਲਿਸ ਦੇ ਪੇਪਰ ਨੇ, ਚਾਹੇ ਉਹ ਪਟਵਾਰੀ ਦਾ ਐਗਜ਼ਾਮ ਹੈ, ਚਾਹੇ ਜੇਲ੍ਹ ਵਾਰਡਨ ਦਾ ਐਗਜ਼ਾਮ ਹੈ, ਹੈ ਨਾ। ਤਾਂ ਚਾਹੇ ਉਹ ਪਿੱਛੇ ਜਿਹਾ ਪੇਪਰ ਹੋਇਆ ਸੀ TSS ਦਾ, ਟੈਕਨੀਕਲ ਸਪੋਰਟ ਐਂਡ ਸਰਵਿਸ ਦਾ ਪੇਪਰ ਹੋਇਆ ਸੀ, ਉੱਥੇ ਵੀ ਐਬਰੀਵੇਸ਼ਨਾਂ ਇਹ ਪੁੱਛੀਆਂ ਗਈਆਂ ਨੇ। ਤਾਂ ਇਹ ਬਹੁਤ ਸੌਖੀਆਂ ਨੇ, ਇਹਦੇ ਵਿੱਚੋਂ ਕਹਿ ਲਓ ਵੀ ਆਪਾਂ ਐਵੇਂ ਦੇ ਨੰਬਰ ਮਿਲ ਜਾਂਦੇ ਨੇ, ਜ਼ਿਆਦਾ ਮਿਹਨਤ ਲਾਉਣ ਦੀ ਲੋੜ ਨਹੀਂ ਪੈਂਦੀ, ਹੈ ਨਾ। ਪਰ ਇਹਦੇ ਵਿੱਚ ਦਿੱਕਤ ਸਭ ਤੋਂ ਵੱਡੀ ਇਹ ਪੈਂਦੀ ਹੈ ਕਿ ਅਸੀਂ ਸਿਲੀ ਮਿਸਟੇਕ ਕਰਦੇ ਹਾਂ। ਸੋ ਉਹ ਵੀ ਦੱਸੂਗਾ, ਵੈਸੇ ਪਹਿਲਾਂ ਵੀ ਬਾਕੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ, ਪਰ ਜਿਨ੍ਹਾਂ ਨੇ ਬਾਕੀ ਵੀਡੀਓ ਨਹੀਂ ਦੇਖੀਆਂ ਤਾਂ ਐਟਲੀਸਟ ਆਪਾਂ ਐਬਰੀਵੇਸ਼ਨਾਂ ਦੇ ਵਿੱਚੋਂ ਤਾਂ ਆਪਾਂ ਨੰਬਰ ਪੱਕੇ ਕਰ ਸਕਦੇ ਹਾਂ, ਠੀਕ ਹੈ। ਸੋ ਇਸ ਤੋਂ ਪਹਿਲਾਂ ਆਪਾਂ ਇੱਕ ਮੈਰਾਥਨ ਬਣਾ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਕੰਪਿਊਟਰ ਦੇ ਸਾਰੇ ਕੁਐਸਚਨ ਡਿਸਕਸ ਕੀਤੇ ਨੇ ਵੀ ਕੀ ਕੁਐਸਚਨ ਆ ਸਕਦੇ ਨੇ ਪੂਰੇ ਸਿਲੇਬਸ ਦੇ, ਠੀਕ ਹੈ। ਜੇਕਰ ਤੁਸੀਂ ਉਹ ਨਹੀਂ ਦੇਖੀ ਤਾਂ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਤੇ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੇ ਮਾਈਕ ਦੀ ਪ੍ਰੋਬਲਮ ਸੀ ਜਿਹੜੀ ਉਹ ਵੀ ਸੋਲਵ ਹੋ ਗਈ, ਤੇ ਗਲਾ ਵੀ ਮਾੜਾ ਮੋਟਾ ਠੂਠ ਠੱਪ ਜੀ ਕੀਤੀ ਹੈ ਕੋਈ ਗੋਲੀ ਗਾਲੀ ਲੈ ਕੇ, ਹੈ ਨਾ। ਸੋ ਬੱਚੇ ਡਿਮਾਂਡ ਕਰ ਰਹੇ ਸੀ ਕਿ ਸਾਨੂੰ ਇਸ ਤੇ ਵੀ ਕਰਵਾ ਦਿਓ, ਐਬਰੀਵੇਸ਼ਨਾਂ ਵੀ ਕਰਵਾ ਦਿਓ, ਹੈ ਨਾ। ਸੋ ਟਾਈਮ ਥੋੜਾ ਹੈ, ਇਹ ਨਾ ਹੋਵੇ ਕਿ ਬਾਕੀ ਤਾਂ ਆਪਣਾ ਕੰਪੋਨੈਂਟ ਸਟਰੋਂਗ ਹੋ ਗਿਆ ਸਾਰਾ ਕੰਪਿਊਟਰ ਦਾ, ਹੈ ਨਾ। ਸੋ ਐਬਰੀਵੇਸ਼ਨਾਂ 'ਚੋਂ ਆਪਾਂ ਮਾਰ ਖਾ ਜਾਈਏ, ਹੋਰ ਐਬਰੀਵੇਸ਼ਨਾਂ ਵਾਲੇ ਕੁੱਤੀਆਂ ਕਹਿੰਦਾ ਨੀਵੀਆਂ ਪਾ ਜਾਣ, ਸਵਾਦ ਨਹੀਂ ਆਉਂਦਾ। ਜੇ ਕੰਧ ਤੇ ਬੈਠੀਆਂ ਤਾਂ ਟਹਿਕਦੀਆਂ ਹੋਣੀਆਂ ਚਾਹੀਦੀਆਂ ਵੀ ਹਾਂ ਠੀਕ ਹੈ, ਪੂਰੀ એનર્ਜੀ ਦੇ ਨਾਲ, ਠੀਕ ਹੈ। ਸੋ ਆਪਾਂ ਗੱਲਬਾਤ ਕਰਦੇ ਹਾਂ, ਡਿਸਕਸ ਕਰਦੇ ਹਾਂ। ਤੇ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਤੇ ਆਪਣੇ 1K ਦਾ ਆਪਣਾ ਟਾਰਗੇਟ ਸੀਗਾ ਕਿ ਪੰਜਾਬ ਪੁਲਿਸ ਦੇ ਪੇਪਰ ਤੋਂ ਪਹਿਲਾਂ ਆਪਾਂ 1000 ਸਬਸਕ੍ਰਾਈਬਰ ਪੂਰੇ ਕਰਨੇ ਸੀ। ਸੋ ਤੁਸੀਂ ਬਹੁਤ ਜ਼ਿਆਦਾ ਹੈਲਪ ਕੀਤੀ, ਮੇਰੀ ਸਪੋਰਟ ਕੀਤਾ, ਤੁਸੀਂ ਸ਼ੇਅਰ ਵੀ ਕੀਤਾ, ਹੈ ਨਾ। ਜਿਨ੍ਹਾਂ ਸਟੂਡੈਂਟਸ ਨੇ ਮੈਨੂੰ ਸਕਰੀਨਸ਼ਾਟ ਵੀ ਭੇਜੇ, ਹੈ ਨਾ, ਕਿ ਤੁਸੀਂ ਅੱਗੇ ਚੀਜ਼ਾਂ ਸ਼ੇਅਰ ਕੀਤੀਆਂ। ਮੈਨੂੰ ਵੈਸੇ ਹੀ ਪਤਾ ਵੀ ਤੁਸੀਂ ਕਰ ਰਹੇ ਹੋ, ਹੈ ਨਾ। ਤੇ ਮੈਨੂੰ ਬਹੁਤ ਵਧੀਆ ਲੱਗਿਆ, ਤਾਂ ਕਰਕੇ ਉਸੇ ਕਰਕੇ ਹੀ ਮੈਂ ਬਹੁਤ ਸਾਰੀਆਂ ਮੁਸੀਬਤਾਂ 'ਚੋਂ ਲੰਘਦੇ ਹੋਏ ਵੀ ਆਪਾਂ ਉਹਨਾਂ ਨੂੰ ਉੱਪਰ ਦੀ ਨਹੀਂ ਹੋਣ ਦਿੱਤਾ। ਤਾਂ ਆਪਾਂ ਤੁਹਾਡੇ ਲਈ ਕੰਮ ਕਰਦੇ ਹੀ ਰਵਾਂਗੇ, ਸਦਾ ਲਈ ਕਰਦੇ ਰਵਾਂਗੇ, ਠੀਕ ਹੈ। ਕਿਉਂਕਿ ਇਹੀ ਚੀਜ਼ਾਂ ਆਪਾਂ ਨੂੰ એનર્ਜੀ ਦਿੰਦੀਆਂ ਨੇ, ਮੋਟੀਵੇਟ ਕਰਦੀਆਂ ਨੇ ਚੀਜ਼ਾਂ, ਠੀਕ ਹੈ। ਸੋ ਉਸ ਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਥੈਂਕ ਯੂ ਸਾਰਿਆਂ ਦਾ। ਸੋ ਇਸੇ ਤਰ੍ਹਾਂ ਹੀ ਸਪੋਰਟ ਬਣਾ ਕੇ ਰੱਖਿਓ, ਇਹਨਾਂ ਵੀਡੀਓ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਠੀਕ ਹੈ। ਸੋ ਪਹਿਲੀ ਵੀਡੀਓ ਦਾ ਆਪਣਾ ਟਾਰਗੇਟ ਸੀਗਾ, ਮੈਂ ਹੁਣ ਭੁੱਲ ਗਿਆ, ਪਤਾ ਨਹੀਂ ਕਿੰਨਾ ਟਾਰਗੇਟ ਸੀ, ਉਹ ਉਸੇ 'ਚ ਹੀ ਪਤਾ ਹੋਣਾ ਤੁਹਾਨੂੰ, ਠੀਕ ਹੈ। ਸੋ ਆਪਾਂ ਡਿਸਕਸ ਕਰਦੇ ਹਾਂ, ਸਟਾਰਟ ਕਰਦੇ ਹਾਂ। ਇਹਦੇ ਵਿੱਚ ਨਾ ਕੁਛ ਕੁਐਸਚਨ ਰਿਪੀਟ ਹੋਣਗੇ। ਕੁਐਸਚਨ ਮੈਂ ਇੰਨਾ ਮੇਰੇ ਕੋਲ ਸਮਾਂ ਹੈ ਨਹੀਂ ਸੀ, ਮੈਂ ਦੇਖਦਾ ਕਿਹੜਾ ਰਿਪੀਟ ਹੋ ਗਿਆ, ਹੈ ਨਾ। ਤਾਂ ਤੁਸੀਂ ਸੁਣ ਲਿਓ, ਆਪਾਂ ਫਾਸਟ ਕਰਾਂਗੇ, ਜ਼ਿਆਦਾ ਮੈਂ ਟਾਈਮ ਵੇਸਟ ਨਹੀਂ ਕਰੂੰਗਾ ਇਹਦੇ 'ਚ ਤੁਹਾਡਾ, ਕਿਉਂਕਿ ਇਹ 'ਚ ਸਮਝਾਉਣ ਵਾਲੀ ਤਾਂ ਕੋਈ ਗੱਲ ਹੈ ਨਹੀਂ, ਸਿੱਧੇ ਆਨਸਰ ਹੈ। ਤੁਸੀਂ ਇਕੱਲਾ ਆਡੀਓ ਵੀ ਸੁਣ ਸਕਦੇ ਹੋ, ਜੇ ਵੀਡੀਓ ਦੇਖਣੀ ਹੈ ਤਾਂ ਦੇਖ ਸਕਦੇ ਹੋ, ਠੀਕ ਹੈ। ਤੇ ਇਹਦੇ ਵਿੱਚੋਂ ਆਪਾਂ ਨੂੰ ਇਹ ਪਤਾ ਲੱਗ ਜੂ ਵੀ ਕਿਹੜਾ ਕੁਐਸਚਨ, ਕਿਹੜੀ ਐਬਰੀਵੇਸ਼ਨ ਜ਼ਿਆਦਾ ਪੁੱਛੀ ਗਈ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ। ਫੁੱਲ ਫਾਰਮ ਆਫ ਵਾਈਫਾਈ ਦੀ ਫੁੱਲ ਫਾਰਮ ਕੀ ਹੁੰਦੀ ਹੈ? ਵਾਇਰਲੈਸ ਫਿਡਲਿਟੀ। ਸਾਰੀਆਂ ਆਪਸ਼ਨਾਂ ਨਹੀਂ ਮੈਂ ਦੱਸਦਾ, ਸਿੱਧੀ ਦੱਸੂਗਾ, ਤੁਸੀਂ ਦੇਖ ਲਿਓ ਇੱਕ ਵਾਰੀ ਪਾਊਜ਼ ਕਰਕੇ, ਵੀ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਇਹ ਆਉਂਦਾ ਕਿ ਨਹੀਂ ਆਉਂਦਾ। ਸਿਲੀ ਮਿਸਟੇਕ ਹੋਣ ਦੇ ਕੀ ਚਾਂਸਸ ਨੇ? ਵਾਇਰਲੈਸ ਇਹਦੇ 'ਚ ਵੀ ਹੈ, ਵਾਇਰਲੈਸ ਇਹਦੇ 'ਚ ਵੀ, ਇੱਥੋਂ ਵੀ ਲੱਗ ਸਕਦਾ ਸਾਨੂੰ, ਠੀਕ ਹੈ। ਇਹ ਤਾਂ ਚਲੋ ਨਾਲ ਰਲਦੀਆਂ ਮਿਲਦੀਆਂ ਨਹੀਂ, ਮੈਂ ਦੱਸੂਗਾ। ਸੋ ਪਹਿਲੇ ਦਾ ਆਨਸਰ ਹੈਗਾ ਵਾਇਰਲੈਸ ਫਿਡਲਿਟੀ, ਆਨਸਰ A। ਦੂਸਰਾ ਹੈ ਫੁੱਲ ਫਾਰਮ ਆਫ GPS ਦੀ ਫੁੱਲ ਫਾਰਮ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ, ਇਹਦਾ ਵੀ ਆਨਸਰ A ਹੈ। ਤੇ GPS ਤਾਂ ਹੁੰਦਾ, ਤੇ ਇੱਕ GIS ਹੁੰਦਾ। GIS ਹੁੰਦਾ ਜੀਓਗ੍ਰਾਫਿਕਲ ਇਨਫੋਰਮੇਸ਼ਨ ਸਿਸਟਮ, ਜਾਂ ਜੀਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ ਵੀ ਬੋਲਿਆ ਜਾਂਦਾ, ਠੀਕ ਹੈ। ਸੋ ਫਿਰ ਇਹਦਾ A ਆਨਸਰ। ਅਗਲਾ ਫੁੱਲ ਫਾਰਮ ਆਫ MICR ਹੁੰਦਾ ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ, ਜਾਂ ਰੀਡਰ ਵੀ, ਕਈ ਥਾਂ ਤੇ ਰੀਡਰ ਵੀ ਆਊਗਾ, ਤਾਂ ਫਿਰ ਇਹਦਾ ਹੈਗਾ ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ, B ਆਨਸਰ ਹੈ, ਠੀਕ ਹੈ ਜੀ। ਅਗਲਾ EPROM, ਇਹ ਰੋਮ ਦੀਆਂ ਹੀ ਟਾਈਪ ਨੇ। ਰੋਮ 4 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦਾ ਹੈ MROM, ਇੱਕ ਹੁੰਦਾ PROM, ਇੱਕ ਹੁੰਦਾ EPROM, ਤੇ ਇੱਕ ਹੁੰਦਾ EEPROM। ਸਭ ਤੋਂ ਪਹਿਲਾਂ MROM ਹੁੰਦਾ ਮਾਸਕਡ ਰੋਮ। ਪਹਿਲਾਂ ਰੋਮ ਦੀ ਸਮਝ ਲੈਂਦੇ ਹਾਂ। ਰੋਮ ਹੁੰਦਾ ਰੀਡ ਓਨਲੀ ਮੈਮਰੀ, ਰੈਮ ਹੁੰਦਾ ਰੈਂਡਮ ਐਕਸੈਸ ਮੈਮਰੀ। ਤਾਂ MROM ਹੋ ਗਿਆ ਮਾਸਕਡ ਰੋਮ, P ਹੋ ਗਿਆ ਪ੍ਰੋਗਰਾਮੇਬਲ ਰੋਮ, EPROM ਹੋ ਗਿਆ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ, ਤੇ EEP ਹੋ ਗਿਆ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ। ਤਾਂ ਇਲੈਕਟ੍ਰੀਕਲੀ 2 4 ਆ, ਤਾਂ ਪਹਿਲਾਂ ਆਹ ਕੱਟੇ ਗਏ। ਇਲੈਕਟ੍ਰੀਕਲੀ ਇਰੇਜ਼ੇਬਲ ਇਹਦੇ 'ਚ ਵੀ ਹੈ, ਇਰੇਜ਼ੇਬਲ ਇਹਦੇ ਵਿੱਚ ਵੀ ਹੈ। ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਇਹ ਤਾਂ ਗੱਲ ਇੱਕੋ ਜਿਹੀ ਹੋ ਗਈ, ਕਿਤੇ ਗੜਬੜ ਤਾਂ ਨਹੀਂ ਹੋ ਗਈ। ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਹੋ ਸਕਦਾ ਸੇਮ ਟਾਈਪ ਹੋਇਆ ਹੋਵੇ ਜਾਂ ਇੱਕੋ ਜਿਹੇ ਆਏ ਹੋਣ, ਤਾਂ ਆਨਸਰ D ਹੈ, ਠੀਕ ਹੈ। ਇਹਦੇ ਵਿੱਚ ਥੋੜੀ ਬਹੁਤ ਗੜਬੜ ਹੋਊਗੀ, ਮੈਥੋਂ ਟਾਈਪਿੰਗ, ਮੈਥੋਂ ਕ੍ਰਾਸ ਚੈਕਿੰਗ ਨਹੀਂ ਹੋਈ, ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਵੀ ਦੁਬਾਰਾ ਮੈਂ ਚੈੱਕ ਨਹੀਂ ਕਰ ਪਾਇਆ, ਠੀਕ ਹੈ।
ਅਗਲਾ ਹੈਗਾ ਵਾਈਮੈਕਸ। ਵਾਈਮੈਕਸ ਹੁੰਦਾ ਹੈ ਵਰਲਡ ਵਾਈਡ ਇੰਟਰਪ੍ਰੀਟੇਬਿਲਿਟੀ ਫॉर ਮਾਈਕ੍ਰੋਵੇਵ ਐਕਸੈਸ। ਇਹਦਾ ਆਨਸਰ ਏ ਹੈ। ਠੀਕ ਹੈ ਜੀ। ਅਗਲਾ ਹੈ ਸਿਮ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਪੇਪਰਾਂ 'ਚ ਪੁੱਛੀ ਜਾਂਦੀ ਹੈ, ਪਟਵਾਰੀ 'ਚ ਵੀ ਪੁੱਛੀ ਗਈ ਹੈ ਇਹ, ਹੈ ਨਾ, 24 ਜਨਵਰੀ 2016 ਵਾਲੇ 'ਚ। ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ, ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ, ਆ ਦੇਖੋ ਇਹਦੇ 'ਚ ਦੋ ਚੀਜ਼ਾਂ ਮੈਚ ਕਰ ਗਈਆਂ, ਸਬਸਕ੍ਰਾਈਬਰ ਆਇਡੈਂਟੀਟੀ, ਇੱਥੇ ਮੋਡਿਊਲ ਹੈ, ਇੱਥੇ ਮੈਮਰੀ ਹੈ, ਤਾਂ ਬੀ ਆਨਸਰ ਹੈ। ਠੀਕ ਹੈ। ਅੱਗੇ ਹੈਗਾ ਜੀ SMS, ਇਹ ਵੀ ਬਹੁਤ ਇੰਪੋਰਟੈਂਟ ਹੈ। SMS ਹੁੰਦਾ ਸ਼ਾਰਟ ਮੈਸੇਜ ਸਰਵਿਸ, ਸ਼ਾਰਟ ਮੈਸੇਜ ਸਰਵਿਸ, ਆਨਸਰ ਹੋ ਗਿਆ ਸੀ। ਅਗਲਾ ਹੈ XML। XML ਹੁੰਦਾ ਐਕਸਟੈਂਸ਼ੇਬਲ ਮਾਰਕਅਪ ਲੈਂਗੁਏਜ, ਬੇਸ਼ੱਕ X ਹੈ ਪਰ E ਨਾਲ ਚੱਲਦਾ, ਐਕਸਟੈਂਸ਼ੇਬਲ ਮਾਰਕਅਪ ਲੈਂਗੁਏਜ, ਫਿਰ ਇਹਦਾ ਇਹ ਆਨਸਰ ਹੈ। ਅਗਲਾ VLSI, ਬਹੁਤ ਵਾਰੀ ਦੱਸਿਆ ਤੁਹਾਨੂੰ ਮੈਂ, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ, ਇਹ ਆਨਸਰ ਹੈ। ਅਗਲਾ ਹੈ CRT। CRT ਹੁੰਦਾ ਕੈਥੋਡ ਰੇ ਟਿਊਬ, ਤਾਂ ਬੀ ਆਨਸਰ ਹੈ। CRT ਦੇ ਨਾਲ ਹੀ ਲੱਗਦੀਆਂ ਹੁੰਦੀਆਂ ਨੇ LCD ਤੇ LED, ਇਹ ਵੀ ਦੇਖ ਲਓ ਨਾਲ ਨਾਲ। LCD ਹੈ ਲਿਕੁਇਡ ਕ੍ਰਿਸਟਲ ਡਿਸਪਲੇ ਤੇ LED ਹੈ ਲਾਈਟ ਐਮਿਟਿੰਗ ਡਾਇਓਡ, ਫਿਰ ਇਹਦੀ ਬੀ ਹੈ। ਨੈਕਸਟ ULSI, ਇਹ ਵੀ ਬਹੁਤ ਇੰਪੋਰਟੈਂਟ ਹੈ, ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ, ਸੀ ਆਨਸਰ ਹੋ ਗਿਆ ਫਿਰ। ਠੀਕ ਹੈ। MS DOS, ਮਾਈਕਰੋਸੌਫਟ MS ਤੇ ਤਾਂ ਹੁੰਦਾ ਮਾਈਕਰੋਸੌਫਟ ਡਿਸਕ ਆਪਰੇਟਿੰਗ ਸਿਸਟਮ, ਤਾਂ ਇਹ ਲੱਗਦਾ ਮੈਨੂੰ ਮਾਈਕਰੋਸੌਫਟ ਡਿਸਕ ਆਪਰੇਟਿੰਗ ਸਿਸਟਮ। RAM ਰੈਂਡਮ ਐਕਸੈਸ ਮੈਮਰੀ, ਸੀ ਆਨਸਰ ਹੈ ਨਾ। URL ਯੂਨੀਫਾਰਮ ਰਿਸੋਰਸ ਲਿਕੁਏਟਰ, ਆ URL ਹੁੰਦਾ, ਇਹ ਮੈਂ ਕਰਵਾਇਆ ਹੋਇਆ। URL ਦੇ ਵਿੱਚ ਪਹਿਲਾ ਪ੍ਰੋਟੋਕੋਲ, ਫਿਰ ਹੋਸਟ ਨੇਮ ਜਾਂ ਡੋਮੇਨ ਨੇਮ ਵੀ ਬੋਲਿਆ ਜਾਂਦਾ ਇਸ ਨੂੰ, ਡੋਮੇਨ ਨੇਮ ਤੇ ਲਾਸਟ ਵਾਲਾ ਫਾਈਲ ਨੇਮ। ਕਲੀਅਰ ਹੈ ਜੀ ਗੱਲ। ਸੋ ਫਿਰ ਇਹਦਾ ਹੋ ਗਿਆ ਸੀ ਯੂਨੀਫਾਰਮ ਰਿਸੋਰਸ ਲੋਕੇਟਰ। ਤੇ VPN ਨੇ ਵੀ ਕੀਤਾ ਹੋਇਆ ਆਪਾਂ, ਵਰਚੁਅਲ ਪ੍ਰਾਈਵੇਟ ਨੈਟਵਰਕ, ਇਹ ਆ ਗਿਆ। 16ਵਾਂ ਆ ਗਿਆ ਫੁੱਲ ਫਾਰਮ ਆਫ ALU। ALU ਵੈਸੇ ਹੁੰਦਾ ਅਰਥਮੈਟਿਕ ਲੌਜਿਕ ਯੂਨਿਟ, ਬਟ ਕਈ ਵਾਰੀ ਨਾ ਉਹਨੇ ਥੋੜੀ ਜਿਹੀ ਬਦਲ ਕੇ ਪਾ ਦਿੰਦਾ ਉਹ, ਜਿਵੇਂ ਇੱਥੇ ਅਰਥਮੈਟੀਕਲ ਪਾਤਾ, ਉਹ ਗੱਲ ਤਾਂ ਉਹੀ ਹੈ, ਕੋਈ ਬੜਾ ਫਰਕ ਨਹੀਂ ਹੈ। ਅਰਥਮੈਟਿਕਲ ਲੌਜਿਕ ਯੂਨਿਟ, ਲੌਜਿਕ ਯੂਨਿਟ, ਲੌਜਿਕ, ਆ ਤਾਂ ਯੂਨਿਕਸ, ਦੇਖੋ ਇੱਥੇ ਸਲੀ ਮਿਸਟੇਕ ਹੋਣ ਦੇ ਚਾਂਸ ਦੇਖੋ। ਅਰਥਮੈਟਿਕਲ ਲੌਜਿਕ ਯੂਨਿਟ ਆਪਾਂ ਨੂੰ ਲੱਗੂ ਸੀ ਆਨਸਰ ਹੈ, ਹਾਲਾਂਕਿ ਇਹ ਯੂਨਿਕਸ ਹੈ, ਯੂਨਿਟ ਨਹੀਂ ਹੈ, ਤਾਂ ਫਿਰ ਬੀ ਆਨਸਰ ਹੈ। ਕਲੀਅਰ। SGML ਹੁੰਦਾ ਸਟੈਂਡਰਡ ਜਰਨਲਾਈਜ਼ਡ ਮਾਰਕਅਪ ਲੈਂਗੁਏਜ। ਸਟੈਂਡਰਡ ਕਿਹੜੇ ਦੇ ਵਿੱਚ ਹੈ? ਇੱਕ ਦੇ ਵਿੱਚ ਹੀ ਹੈ, ਬੀ ਦੇ ਵਿੱਚ, ਆਨਸਰ ਬੀ ਹੈ। ਤਾਂ SGML ਦਾ ਫਾਦਰ ਕਿਹਨੂੰ ਕਿਹਾ ਜਾਂਦਾ? ਚਾਰਲਸ F ਗੋਲਡਫੈਰਬ, ਇਹ ਵੀ ਆਪਾਂ ਚੰਗੀ ਤਰ੍ਹਾਂ ਕੀਤਾ ਹੋਇਆ, ਬਹੁਤ ਇੰਪੋਰਟੈਂਟ ਹੈ। ਫਾਦਰ ਆਫ SGML ਕਿਹੜਾ ਹੈ? ਚਾਰਲਸ ਗੋਲਡਫੈਰਬ, ਤਾਂ ਇਸੇ ਨੂੰ ਵੀ ਫਾਦਰ ਆਫ ਮਾਰਕਅਪ ਲੈਂਗੁਏਜ ਵੀ ਕਿਹਾ ਜਾਂਦਾ, ਫਾਦਰ ਆਫ ਮਾਰਕਅਪ ਲੈਂਗੁਏਜ। ਤੇ HTML ਦਾ ਫਾਦਰ ਕੌਣ ਆ ਵੀ? HTML ਹੁੰਦਾ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਇਹਦਾ ਫਾਦਰ ਹੈਗਾ ਟਿਮ ਬਰਨਰ-ਲੀ। ਇਹ ਬੰਦੇ ਨੇ ਬਹੁਤ ਕੁਝ ਬਣਾਇਆ ਸੀ, ਟਿਮ ਬਰਨਰ-ਲੀ। ਇਹ ਹੋਰ ਕਾਹਦਾ ਫਾਦਰ ਹੈ? ਇਹ WW ਦਾ ਵੀ ਫਾਦਰ ਹੈ, ਵਰਲਡ ਵਾਈਡ ਵੈਬ ਦਾ। ਤੇ ਇਹ ਪਹਿਲਾ ਬਰਾਊਜ਼ਰ ਜਿਹਦਾ ਨਾਮ ਉਹਨੇ ਰੱਖਿਆ ਸੀ ਵਰਲਡ ਵਾਈਡ ਵੈਬ। ਠੀਕ ਹੈ। ਇਹਨੇ ਇੱਕ ਕੰਟੇਨਰ ਬਣਾਇਆ ਸੀ ਜਿਹੜਾ ਸਾਰੀਆਂ ਵੈਬਸਾਈਟਾਂ ਨੂੰ ਹੋਲਡ ਕਰਕੇ ਰੱਖਦਾ, ਉਹਦਾ ਨਾਮ ਸੀਗਾ ਵਰਲਡ ਵਾਈਡ ਵੈਬ। ਤੇ ਉਹਦੇ ਨਾਮ ਤੇ ਇਹਨੇ ਬਰਾਊਜ਼ਰ ਬਣਾਤਾ ਜਿਹੜਾ ਉਹ ਵੈਬਸਾਈਟਾਂ ਦਾ ਡਾਟਾ ਸਰਚ ਕਰਕੇ ਯੂਜ਼ਰ ਨੂੰ ਦਿਖਾਊਗਾ, ਉਹਦਾ ਨਾਮ ਰੱਖਤਾ ਇਹਨੇ ਵਰਲਡ ਵਾਈਡ ਵੈਬ। ਬਾਅਦ ਦੇ ਵਿੱਚ ਕਨਫਿਊਜ਼ਨ ਹੋ ਗਿਆ, ਇਹ ਬਣਾਇਆ ਸੀਗਾ 1990 ਚ, ਫਿਰ 1991 ਚ ਇਹਨੂੰ ਨੇਮ ਬਦਲਣਾ ਪਿਆ, ਜਿਹਦਾ ਨਾਮ ਕਰਕੇ ਇਹਨੇ ਨੈਕਸਸ ਰੱਖਤਾ ਸੀ। ਤਾਂ ਕਈ ਵਾਰੀ ਇਹ ਕੁਐਸਚਨ UGC ਨੈਟ ਦੇ ਵਿੱਚ ਆਇਆ ਵਾ ਵੀ ਫਸਟ ਵੈਬ ਬਰਾਊਜ਼ਰ ਕਿਹੜਾ ਸੀ, ਤਾਂ ਉਹ ਸੀਗਾ ਵਰਲਡ ਵਾਈਡ ਵੈਬ। ਤਾਂ ਵਰਲਡ ਵਾਈਡ ਵੈਬ ਕੰਟੇਨਰ ਇਹਨੇ 1999 ਚ ਬਣਾਇਆ ਸੀ। ਤਾਂ ਫਿਰ HTML ਵੀ ਲੈਂਗੁਏਜ ਇਸੇ ਨਹੀਂ ਲਿਖੀ ਸੀ, ਮੇਰੇ ਈਅਰ ਨਹੀਂ ਯਾਦ ਕਿਹੜੇ ਸਾਲ ਲਿਖੀ ਹੋਈ ਸੀ। ਕਲੀਅਰ ਹੋਈ ਗੱਲ। ਅਗਲਾ ਹੈ ਰਿਸਕ। ਰਿਸਕ ਹੁੰਦਾ ਹੈ ਰਿਡਿਊਸ ਇੰਸਟਰਕਸ਼ਨ ਸੈੱਟ ਕੰਪਿਊਟਰ, ਇਹ ਆਪਾਂ ਨੂੰ ਮਤਲਬ ਇਹੀ ਆਨਸਰ ਹੈ ਨਾ। ਤਾਂ ਇਹ ਆਰਕੀਟੈਕਚਰ ਫੋਲੋਡ ਬਾਏ ਸੁਪਰ ਕੰਪਿਊਟਰ। ਸੁਪਰ ਕੰਪਿਊਟਰ ਹੈ ਜਿਹੜਾ ਉਹ ਇਹ ਆਰਕੀਟੈਕਚਰ ਫੋਲੋ ਕਰਦਾ। ਇੱਕ ਰਿਸਕ ਵਰਗਾ ਸਿਸਕ ਵੀ ਹੁੰਦਾ, ਕੰਪਲੈਕਸ ਇੰਸਟਰਕਸ਼ਨ ਸੈੱਟ ਕੰਪਿਊਟਰ, ਬਸ ਰਿਡਿਊਸ ਦੀ ਥਾਂ ਤੇ ਕੀ ਆ ਜਾਊਗਾ? ਕੰਪਲੈਕਸ। MICR ਆਪਾਂ ਪੜ੍ਹ ਚੁੱਕੇ ਹਾਂ, ਪਹਿਲਾਂ ਵੀ ਆ ਚੁੱਕੀ ਹੈ ਐਬਰੀਵੇਸ਼ਨ, ਪਹਿਲਾਂ ਹੋਰ ਪੇਪਰ ਸੀ, ਹੁਣ ਹੋਰ 'ਚ ਹੈ। ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ, ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ। ਕਲੀਅਰ ਹੈ ਜੀ। ਹਾਂ, GIGO ਇਹ ਹੁੰਦਾ ਗਾਰਬੇਜ ਇਨ ਗਾਰਬੇਜ ਆਊਟ, ਇਹ ਵੀ ਯਾਦ ਰੱਖਣੀ ਹੈ। ਠੀਕ ਹੈ। ਫਿਰ IoT, IoT ਬਹੁਤ ਇੰਪੋਰਟੈਂਟ ਹੈ। ਇੰਟਰਨੈਟ ਆਫ ਥਿੰਗਸ, ਠੀਕ ਹੈ, ਇੰਟਰਨੈਟ ਆਫ ਥਿੰਗਸ। ਤੇ ਇਹਦੇ ਨਾਲ ਹੀ ਲੱਗਦਾ ਦੱਸ ਦੇਣਾ AI ਹੁੰਦਾ ਆਰਟੀਫਿਸ਼ੀਅਲ ਇੰਟੈਲੀਜੈਂਸ। DOS ਆ ਗਿਆ, ਇਹਨਾਂ ਦੇ ਵਿੱਚੋਂ ਹੈਗਾ ਡਿਸਕ ਆਪਰੇਟਿੰਗ ਸਿਸਟਮ, ਅਦਰਵਾਈਜ਼ DOS ਆਪਣੇ ਕੋਲੇ ਡਿਨਾਈਲ ਆਫ ਸਰਵਿਸ ਵੀ ਹੁੰਦਾ, ਆਪਾਂ ਪੜ੍ਹਿਆ ਹੋਇਆ ਡਿਨਾਈਲ ਆਫ ਸਰਵਿਸ। ਜੇ ਅਟੈਕ ਦੀ ਗੱਲ ਕਰੂਗਾ ਤਾਂ ਡਿਨਾਈਲ ਆਫ ਸਰਵਿਸਿਸ, ਜੇ DDoS ਪੁੱਛ ਲੇ
फिर डिस्ट्रीब्यूटर डिनाइल ऑफ सर्विसेज। क्लीयर हुई गल, ये आंसर है। अगला LCD आप गल कर चुके हैं कि नहीं की हजे। लिक्विड क्रिस्टल डिस्पले ते LED की हुंदा है, लाइट एमिटिंग डायोड, तो फिर इसका आंसर B है लिक्विड क्रिस्टल डिस्पले। तो LTE लॉन्ग टर्म एवोल्यूशन, आंसर इसका B है लॉन्ग टर्म एवोल्यूशन। RTO रियल टाइम ऑपरेटिंग सिस्टम, थोनू याद होनियां चाहिए ने, बारी बारी पढ़ोगे याद हो जानियां। रियल टाइम ऑपरेटिंग सिस्टम। MICR देखो इत्थे किते भी रिकोगनीशन नहीं है, ये आया पटवारी का 2021 वाले क्वेश्चन के विच, मैनूं लगदा शायद MICR 2016 च भी आया हुआ पटवारी वाले आप कर चुके हैं है ना। ये हुंदा मैगनैटिक इंक करैक्टर रीडर या रिकोगनीशन, दोनों चो कुछ भी हो सकता है। आंसर ए। DVD के भी दो होंगे ने, डिजिटल वीडियो डिस्क भी बोल देने, डिजिटल वर्साटाइल भी बोल देने। तो इत्थे की है, वीडियो है नहीं, वर्साटाइल है, डिजिटल वर्साटाइल डिस्क। क्लीयर है जी। अगला HTTP की पुछदा, बच्चे तो ऊँ ही लिखी बंदा, इन्ना ज़्यादा पढ़ने की लोड़ नहीं। HTTP की एब्रीवेशन एक्रोनोम की है हाइपर टैक्सट ट्रांसफर प्रोटोकॉल, फिर B आंसर है। सिम ऑलरेडी आ चुका है, सबसक्राइबर आइडेंटिटी मॉड्यूल चंडीगढ़ एडमिन क्लर्क का सी पूछा गया, मतलब ये बहुत ज़्यादा इंपॉर्टेंट है। ठीक है, इतों ये क्लीयर होंगे। OMR ऑप्टिकल मार्क रिकोगनीशन, तो C आंसर है ऑप्टिकल मार्क रिकोगनीशन। क्लीयर हुई गल। फिर BLE होंगे विजुअल वर्चुअल लर्निंग इन्वायरनमेंट, ये भी गल क्लीयर होगी, C आंसर। फिर ICT होंगे इनफॉर्मेशन एंड कम्युनिकेशन टैक्नोलॉजी, जे कल IT आ जाए। IT होंगे इनफॉर्मेशन टैक्नोलॉजी, फिर कम्युनिकेशन कट्टिया जाऊगा, इनफॉर्मेशन टैक्नोलॉजी, C आंसर। लैन पता ही है, लोकल एरिया नैटवर्क। पैन होंगे परसनल एरिया नैटवर्क, मैन होंगे मैट्रोपोलिटन एरिया नैटवर्क, ते वैन होंगे वाइड एरिया नैटवर्क। क्लीयर हुई गल, आंसर B। ये वधिया क्वेश्चन है, कहना ऑन कीबोर्ड ऑफ ए कंप्यूटर ईच करैक्टर हैज एन वैल्यू विच स्टैंड्स फॉर। कहना कीबोर्ड ते जिवें आपां कीबोर्ड ते नहीं लिखते बड़ी ABC छोटी ABC अखर भी लिखते 1 2 3, होर भी जिन्ने भी करैक्टर ने वो सारिਆਂ ਦੀ एक लिस्ट बना ली जाती है, 0 1 2 3 लैके, जिवें 0 ते कोई भी ले लिया आपां ABC शुरू कर ली, छोटी ABC शुरू कर ली, वैसे हुंदी नहीं, 0 ते नल करैक्टर हुंदा, 1 ते फिर होर चलते हैं स्टार स्टूर एवें करके, 65 ते जाके बड़ा A आउंदा है, ते 97 ते जाके छोटा A आउंदा, यानी कि 66 ते आ गया B, 67 ते आ गया C, है ना। इस तरह करके इस नूं आपां करैक्टर एनकोडिंग स्कीम बोल दिंदे आ। ते करैक्टर एनकोडिंग स्कीम बहुत सारिया होंदियां ने, जिवें एक अस्काई हुंदी है, एक EBCDIC, एक हुंदा यूनीकोड। तो ये क्वेश्चन नोट कर सकते हो जेकर तुहानूं पुछ ले कि विच ऑफ द फॉलोइंग्स आर करैक्टर एनकोडिंग स्कीम, किवें ये डिस्पले करने के लिए करैक्टर एनकोडिंग है। अस्काई हुंदा अमेरिकन कोड फॉर इनफॉर्मेशन इंटरचेंज, वही आपां नूं पुछया होया, अमेरिकन स्टैंडर्ड कोड फॉर इनफॉर्मेशन इंटरचेंज, तो B आंसर लगता मैंने, चेक कर लगी, B आंसर है। EBCDIC होंगे एम्बेडेड EBCDIC की होंगे एक्सटेंडेड बाइनरी कोडेड डेसिमल इंटरचेंज कोड, एंज करके, ठीक है, यूनीकोड होंगे एक। DPI होंगे डॉट्स पर इंच, A आंसर है। WW की करता है, वर्ल्ड वाइड वैब, एक कंटेनर होंगे एक, तुहानूं ऑलरेडी दस चुके हैं, वर्ल्ड वाइड वैब। ये वर्ल्ड वाइड वैब ते आपां सिली मिस्टेक करांगे, नहीं करनी, आपां ध्यान रखना, ठीक है। बिट की होंगे बाइनरी इनफॉर्मेशन टर्म, ये आंसर है। UGC नैट के क्वेश्चन है, जिन्हों पर मैं कुछ भी नहीं लिखा हुआ है ना, ये नैट के आए हुए क्वेश्चन है UGC नैट के, क्योंकि एब्रीवेशन तो कितों भी आ सकती है। स्टैंडर्ड क्वेश्चन पाए ने आपां नैट तो कोई नहीं चक्या, ठीक है। मैं ये नहीं कहना भी नैट तो आउंदे नहीं, पर यह भी जिन्होंने अपने को स्टैंडर्ड है, आपां नैट ते जाण दी की लोड़ है, तुसीं करना कर सकते हो। S-MIME इंटरनेट टैक्नोलॉजी दे विच माइम तो आप पढ़िया सीगा मल्टीपर्पज इंटरनेट मेल एक्सटेंशन। एस का मतलब होंगे सिक्योर, सिक्योर किहड़े च, इन्हां दो च है नहीं, सिक्योर इहदे च है, मल्टीपर्पज होंगे, मल्टीमीडिया नहीं होंगे। आंसर फिर की है, ए है, ठीक है जी। HTML होंगे हाइपर टैक्सट मार्कअप लैंग्वेज, A। CSS आपां नूं पता सुर्खी बिंदी लाउण लई वरतिया जांदा है। HTML दे विच वैबसाइटां बनदियां ने, टेबल दे विच डाटा रखदे आ। CSS दे नाल आपां की करदे आ, बैकग्राउंड वगैरह कलर वगैरह लिख के उन्होंने सोहना बना देने। तो फिर एक जावा स्क्रिप्ट आपां पढ़ी सी, जावा स्क्रिप्ट की करदे सी, जावा स्क्रिप्ट का की काम सी, ये मूवमेंट वगैरह गिफ वगैरह 3D एनीमेशन वगैरह बनाने के लिए जावा स्क्रिप्ट, इत्थे लिखिया सुर्खी बिंदी लगी, मूवमेंट हुई, डायनामिक पेज इत्थे बनते हैं, ठीक है। तो कास्केडिंग स्टाइल शीट आंसर ये है। HTTP हो गया हाइपरटेक्स्ट ट्रांसफर प्रोटोकॉल, तो फिर B आंसर है। USB बहुत इंपॉर्टेंट है। यूनीवर्सल सीरियल बस चौथा आंसर है। PDF
पोर्टेबल डॉक्यूमेंट फॉर्मेट, ये आंसर है। RFID ਹੁੰਦਾ रेडियो फ्रीकुएंसी आइडेंटिफिकेशन। सी RFID कित्थे यूज करते हैं? एक अपने को टैग रीड करने के लिए नहीं ਹੁੰਦਾ, बारकोड रीडर कंप्यूटर के डेटाबेस के नाल कंपेयर करता, डेटाबेस के विच सारी इन्फॉर्मेशन स्टोर पई हुंदी है, ਜਦੋਂ ही ਆਪਾਂ ਬਾਰਕੋਡ ਰੀਡ ਕਰਦੇ ਹਾਂ ਡੇਟਾਬੇਸ ਚੋਂ ਚੱਕ ਕੇ ਉਹਦਾ ਪ੍ਰਾਈਸ ਵਗੈਰਾ ਸਾਰਾ ਕੁਝ ਲਗਾ ਦਿੰਦਾ। ਤੇ ਐਂਟੀਨਾ ਵੀ ਲੱਗੇ ਹੁੰਦੇ ਨੇ, ਤੇ ਜਿਵੇਂ RF ਟੈਗ ਲੱਗਿਆ ਹੁੰਦਾ, ਆਪਾਂ ਨਹੀਂ ਉਹ ਯੂਜ਼ ਕਰਦੇ ਫਾਸਟ ਟੈਗ ਵਗੈਰਾ, ਉੱਥੇ ਵੀ RF ਸਕੈਨਰ ਜਿਹੜਾ ਕੋਡ ਨੂੰ ਸਕੈਨ ਕਰਕੇ ਉਹ ਪੈਸੇ ਪੂਸੇ ਕੱਟ ਲੈਂਦਾ। RIC ਇੰਟਰਨੈਟ ਰਿਲੇ ਚੈਟ, ਸੀ ਆਂਸਰ। BDU ਵਿਜ਼ੂਅਲ ਡਿਸਪਲੇ ਯੂਨਿਟ। ਵਰਮ ਹੁੰਦਾ ਰਾਈਟ ਵਨਸ ਰੀਡ ਮੈਨੀ। ਦੋ ਵਰਮ ਹੁੰਦੇ ਨੇ, ਇੱਕ ਤਾਂ ਵਰਮ ਹੁੰਦਾ ਵਾਇਰਸ ਮਲੀਸ਼ੀਅਸ ਸੌਫਟਵੇਅਰ ਤਾਂ ਉਹ ਮਲੀਸ਼ੀਅਸ ਸੌਫਟਵੇਅਰ ਹੁੰਦਾ, ਉਹਦੇ ਦੋ ਪ੍ਰੋਪਰਟੀਜ਼ ਹੁੰਦੀਆਂ ਨੇ, ਐਗਜ਼ੀਕਿਊਟ ਇਟਸੈਲਫ ਆਪਣੇ ਆਪ ਨੂੰ ਐਗਜ਼ੀਕਿਊਟ ਕਰਦਾ, ਰੈਪਲੀਕੇਟ ਕਰਦਾ, ਤੇ ਸਪੀਡ ਨੂੰ ਸਲੋ ਕਰਦਾ, ਰਿਸੋਰਸ ਹੀਟਿੰਗ ਪ੍ਰੋਪਰਟੀ ਹੈ। ਬਟ ਜਿਹੜਾ ਇਹ ਵਰਮ ਹੈ ਇਹ CD-ROM ਦਾ ਦੂਸਰਾ ਨਾਮ ਹੈ। CD-ROM ਨਾ CD-ROM ਗਲਤ ਦੱਸਤਾ ਮੈਂ ਤੁਹਾਨੂੰ। CD ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਨਾ, CDs ਦੀਆਂ ਟਾਈਪ, CD-ROM, CDR ਤੇ CDRW। ਜਿਹੜੀ CD-ROM ਹੁੰਦੀ ਹੈ ਇਹ ROM ਅਲੱਗ ਚੀਜ਼ ਹੁੰਦੀ ਹੈ, CD-ROM ਅਲੱਗ ਚੀਜ਼ ਹੁੰਦੀ ਹੈ। ਕੰਪੈਕਟ ਡਿਸਕ ਰੀਡ ਓਨਲੀ ਮੈਮਰੀ, ਇਹ ਸਿਰਫ ਭਰੀ ਭਰਾਈ ਸਾਨੂੰ CD ਮਿਲਦੀ, ਜਿਵੇਂ ਗਾਣੇ ਵਾਲੀ ਆਪਾਂ CD ਲਿਆਂਦੀ ਹੈ ਨਾ, ਸੋ ਉਹਦੇ 'ਚ ਆਪਾਂ ਚੇਂਜ ਨਹੀਂ ਕਰ ਸਕਦੇ। ਤਾਂ ਜਿਹੜੀ CDR ਹੈ ਇਹ ਖਾਲੀ ਮਿਲਦੀ ਹੈ, ਇੱਕ ਵਾਰੀ ਰਾਈਟ ਕਰ ਸਕਦੇ ਹਾਂ ਆਪਾਂ। CDRW ਹੈ ਰੀਰਾਈਟੇਬਲ ਹੈ, ਤਾਂ ਇੱਕ ਵਾਰੀ ਰਾਈਟ ਕਰ ਸਕਦੇ ਹਾਂ, ਤਾਂ ਵਰਮ ਇਸ ਨੂੰ ਹੀ ਬੋਲਦੇ ਆ, ਵਰਮ। ਰਾਈਟ ਵਨਸ ਰੀਡ ਮੈਨੀ, ਮੈਨੂੰ ਲੱਗਦਾ C ਆਂਸਰ ਹੈ। ਫਿਰ D ਹੋ ਗਿਆ, ਰਾਈਟ ਵਨਸ ਰੀਡ ਮੈਮਰੀ ਗਲਤ ਹੈ ਬਈ, D ਨਹੀਂ ਲਾਉਣਾ ਇਹਦਾ, ਰਾਈਟ ਵਨਸ ਰੀਡ ਮੈਨੀ ਆਊਗਾ, C ਆਂਸਰ ਹੈ ਇਹਦਾ, ਠੀਕ ਹੈ, ਟਾਈਪਿੰਗ ਮਿਸਟੇਕ ਹੈ। ਅਗਲਾ, ਵਾਟ ਇਜ਼ ਦੀ ਫੁੱਲ ਫਾਰਮ ਆਫ ਏ ਐਬਰੀਵੇਸ਼ਨ ISP ਹੁੰਦਾ ਇੰਟਰਨੈਟ ਸਰਵਿਸ ਪ੍ਰੋਵਾਈਡਰ, B ਆਂਸਰ। ਜਿਹੜਾ ਆਪਾਂ ਨੂੰ ਏਅਰਟੈਲ ਵਗੈਰਾ BSNL ਵਗੈਰਾ ਨੇ ਇਹ ISP ਲੈ ਲੈਂਦੇ ਨੇ, ISP ਇੰਟਰਨੈਟ ਸਰਵਿਸ ਪ੍ਰੋਵਾਈਡਰ ਨੇ। CDMA ਕੋਡ ਡਿਵੀਜ਼ਨ ਮਲਟੀਪਲ ਐਕਸੈਸ, ਇੱਕ CDMA ਹੁੰਦਾ, ਇੱਕ TDMA, ਇੱਕ FDMA। DMA ਤਾਂ ਹੁੰਦਾ ਡਿਵੀਜ਼ਨ ਮਲਟੀਪਲ ਐਕਸੈਸ, C ਤੇ ਕੋਡ, T ਤੇ ਟਾਈਮ, F ਤੇ ਫਰੀਕੁਐਂਸੀ, ਕੁਛ ਵੀ ਪੁੱਛ ਲਈ ਹੈ ਨਾ। ਫਿਰ CRT ਆਪਾਂ ਕਰ ਚੁੱਕੇ ਹਾਂ ਸ਼ਾਇਦ, ਕੈਥੋਡ ਰੇ ਟਿਊਬ। ਤੇ ਗਿਫ ਹੁੰਦਾ ਗ੍ਰਾਫਿਕ ਇੰਟਰਚੇਂਜ ਫਾਰਮੈਟ। ਗਿਫ ਇੱਕ ਇਮੇਜ ਦੀ ਫਾਈਲ ਹੈ, WhatsApp ਤੇ ਆਪਾਂ ਭੇਜਦੇ ਹਾਂ, ਜਿਹੜੀ ਫੋਟੋ ਦੇ ਵਿੱਚ ਹੀ ਮੂਵਮੈਂਟ ਜੀ ਹੋਈ ਜਾਂਦੀ ਹੈ ਨਾ, ਤੇ ਇਹ ਹੁੰਦਾ ਗ੍ਰਾਫਿਕ ਇੰਟਰਚੇਂਜ ਫਾਰਮੈਟ, ਇਹ ਆਂਸਰ ਹੈ। ਇਹਦੇ ਨਾਲ ਲੱਗਦੀਆਂ ਹੋਰ ਦੱਸ ਦੇਣਾ, JPEG ਜੁਆਇੰਟ ਪਿਕਚਰ ਐਕਸਪਰਟ ਗਰੁੱਪ ਹੁੰਦਾ, ਇੱਕ ਹੁੰਦਾ PNG ਹੁੰਦਾ ਪੋਰਟੇਬਲ ਨੈਟਵਰਕ ਗ੍ਰਾਫਿਕ। JPG ਹੁੰਦਾ ਜੁਆਇੰਟ ਪਿਕਚਰ ਐਕਸਪਰਟ ਗਰੁੱਪ, ਤੇ PNG ਹੁੰਦਾ ਪੋਰਟੇਬਲ ਨੈਟਵਰਕ ਗ੍ਰਾਫਿਕ, ਪੁੱਛਿਆ ਜਾ ਸਕਦਾ, ਠੀਕ ਹੈ। ਤੇ ਅਗਲਾ ਬਾਇਓਸ ਹੁੰਦਾ ਬੇਸਿਕ ਇਨਪੁਟ ਆਊਟਪੁੱਟ ਸਿਸਟਮ, ਫਿਰ ਇਹਦਾ ਕੀ ਹੋਗਾ C। ਤਾਂ ਇਹ ਆਪਾਂ ਕੁਐਸਚਨ ਕਰ ਚੁੱਕੇ ਹਾਂ ਆਲਰੇਡੀ, ਇਹ ਪੰਜਾਬ ਪੁਲਿਸ ਦੇ 17 ਅਗਸਤ ਵਾਲੇ ਨੂੰ ਕਰਾਇਆ, ਪਤਾ ਨਹੀਂ ਕਿਹੜੀ ਸ਼ਿਫਟ 'ਚ ਮੈਂ ਕਰਾਏ ਹੋਏ ਆ। CIA confidentiality integrity and availability, ਇਹ ਵੀ ਆਪਾਂ ਕਰ ਚੁੱਕੇ ਹਾਂ। DSI ਡੇਟਾ ਸਿਕਿਉਰਿਟੀ ਕਾਉਂਸਲ ਆਫ ਇੰਡੀਆ। ਤੇ RTP ਦੀ ਹੁੰਦੀ ਹੈ ਰੀਅਲ ਟਾਈਮ ਟਰਾਂਸਫਰ ਪ੍ਰੋਟੋਕੋਲ। UDP ਹੁੰਦਾ ਯੂਜ਼ਰ ਡੇਟਾਗ੍ਰਾਮ ਪ੍ਰੋਟੋਕੋਲ, ਆਂਸਰ A ਹੈ। TCP ਹੁੰਦਾ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, ਇਹ ਵੀ ਆਪਾਂ ਕਰ ਸਕਦੇ ਹਾਂ ਨਾ। DLP ਇਨ 3D ਪ੍ਰਿੰਟਿੰਗ, ਇਹ ਦੇਖੋ ਐਬਰੀਵੇਸ਼ਨਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹਦੇ ਵਿੱਚੋਂ ਆਹ ਸਾਰੀਆਂ ਇੰਪੋਰਟੈਂਟ ਨੇ 3D ਪ੍ਰਿੰਟਿੰਗ ਦੇ ਵਿੱਚੋਂ। SLA ਸਟੀਰੀਓਲਿਥੋਗ੍ਰਾਫੀ, SLS ਸਿਲੈਕਟਿਵ ਲੇਜ਼ਰ ਸਿੰਟਰਿੰਗ, FDM ਫਿਊਜ਼ਡ ਡੈਪੋਜੀਸ਼ਨ ਮਾਡਲਿੰਗ, ਤੇ DLP ਡਿਜੀਟਲ ਲਾਈਟ ਪ੍ਰੋਸੈਸ। ਇਹ ਇੰਨੀਆਂ ਤਾਂ ਬਹੁਤ ਪੁੱਛੀਆਂ ਗਈਆਂ ਨੇ, ਤੁਸੀਂ ਵਾਰੀ ਜੋ ਮਰਜ਼ੀ ਕਰੋ ਯਾਰ, ਇਹ ਤਾਂ ਖੂਨ 'ਚ ਹੀ ਵਾੜ ਲਓ ਆਪਦੇ, ਠੀਕ ਹੈ। ਜੇ ਕੁੱਤੀਆਂ ਕੰਨਾਂ 'ਚ ਚੜਾਉਣੀਆਂ ਤਾਂ ਯਾਦ ਕਰਨੀਆਂ ਹੀ ਪੈਣੀਆਂ, ਕਿਉਂਕਿ ਪੁੱਛੀਆਂ ਵੀ ਹੋਈਆਂ ਨੇ ਤੇ ਔਖੀਆਂ ਵੀ ਨੇ ਇਹ, ਕਿਉਂਕਿ ਦੂਜੀਆਂ ਤਾਂ ਪਾ ਕੇ ਉਹਨੇ ਘਸਾਤੀਆਂ, ਇਹ ਨਵੀਆਂ ਜੀਆਂ ਨੇ ਥੋੜ੍ਹੀਆਂ ਜਿਹੀਆਂ, ਬਾਕੀ ਵੀ ਕਰਨੀਆਂ ਨੇ ਪਰ ਇਹਨਾਂ 'ਚ ਜ਼ਿਆਦਾ ਕੁਐਸਚਨ ਪੁੱਛਦਾ। ਤਾਂ DLP ਹੈਗਾ ਆਪਣੇ ਕੋਲੇ ਡਿਜੀਟਲ ਲਾਈਟ ਪ੍ਰੋਸੈਸਿੰਗ, ਮੈਨੂੰ ਤਾਂ ਲੱਗਦਾ ਗਲਤ ਤਾਂ ਨਹੀਂ ਪੜ੍ਹ ਗਏ ਆਪਾਂ, ਡਿਜੀਟਲ ਲਾਈਟ ਪ੍ਰੋਸੈਸ, ਹਾਂ ਠੀਕ ਹੈ। ਜੇ ਪ੍ਰੋਸੈਸ ਹੈਗਾ ਹੀ ਨਹੀਂ ਫਿਰ ਪ੍ਰੋਸੈਸਿੰਗ ਲਾ ਦਾਂਗੇ ਤਾਂ ਵੀ ਇੱਕੋ ਹੀ ਗੱਲ ਆ, ਠੀਕ ਹੈ। GUI ਗ੍ਰਾਫਿਕਲ ਯੂਜ਼ਰ ਇੰਟਰਫੇਸ, ਤੇ CLI ਵੀ ਲੱਗਦੇ ਹੱਥ ਕਰ ਲਓ, ਕਮਾਂਡ ਲਾਈਨ ਇੰਟਰਫੇਸ। ਆਈ ਹੋਪ ਕਿ ਤੁਸੀਂ ਤਿਆਰੀ ਕਰ ਰਹੇ ਹੋਗੇ ਵਧੀਆ।
ਹੁਣ ਤਾਂ ਰਿਵੀਜ਼ਨ ਕਰ ਰਹੇ ਹੋ, ਠੀਕ ਹੈ। ਰਿਲੈਕਸ ਰੱਖੋ ਮਨ ਨੂੰ, ਸਟ੍ਰੈਸ ਨਹੀਂ ਲੈਣਾ। ਬਹੁਤ ਸਾਰੇ ਬੱਚਿਆਂ ਦੇ ਮੈਨੂੰ ਮੈਸੇਜ ਆਏ ਕਿ ਸਾਨੂੰ ਜੀ ਟੈਨਸ਼ਨ ਹੋ ਰਹੀ ਹੈ, ਪੜ੍ਹਨ ਨੂੰ ਜੀ ਨਹੀਂ ਕਰ ਰਿਹਾ, ਹੈ ਨਾ। ਪਰ ਤੁਸੀਂ ਇਹ ਨਹੀਂ ਸੋਚਣਾ, ਇਹ ਹੁੰਦਾ, ਇਹ ਸੁਭਾਵਿਕ ਹੈ, ਇਨਸਾਨ ਆ ਯਾਰ, ਅਸੀਂ ਕੋਈ ਮਸ਼ੀਨਾਂ ਤਾਂ ਹੈ ਨਹੀਂ, ਹੈ ਨਾ। ਇਮੋਸ਼ਨ ਚੇਂਜ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਕਈ ਬੰਦਿਆਂ ਦੀਆਂ ਆਸਾਂ ਉਮੀਦਾਂ ਇੱਥੇ ਹੀ ਹੋਣੀਆਂ, ਕਈ ਦੀ ਏਜ ਨੇੜੇ ਹੋਊ। ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਦਾ ਵੀ ਜ਼ਿੰਦਗੀ ਕਦੇ ਵੀ ਖਤਮ ਨਹੀਂ ਹੁੰਦੀ। ਜਿੱਥੇ ਸਾਨੂੰ ਲੱਗਦਾ ਨਾ ਜ਼ਿੰਦਗੀ ਖਤਮ ਹੋ ਗਈ, ਉੱਥੋਂ ਜ਼ਿੰਦਗੀ ਨਵੀਂ ਸ਼ੁਰੂ ਕਰਨ ਦੇ ਲਈ ਹਜ਼ਾਰਾਂ ਦਰਵਾਜ਼ੇ ਹੋਰ ਖੁੱਲ੍ਹੇ ਹੁੰਦੇ ਨੇ, ਠੀਕ ਹੈ। ਸੋ ਮੈਂ ਆਪਦਾ ਐਕਸਪੀਰੀਅੰਸ ਦੱਸੂਗਾ ਤੁਹਾਡੇ ਨਾਲ, ਕਦੇ ਸ਼ੇਅਰ ਕਰਾਂਗੇ ਆਪਾਂ। ਹਜੇ ਫਿਲਹਾਲ ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ, ਪਰ ਮੈਂ ਇਹੀ ਕਹਿ ਸਕਦਾ ਵੀ ਹਾਰ ਨਹੀਂ ਮੰਨਣੀ ਕਦੇ ਵੀ ਜ਼ਿੰਦਗੀ ਦੇ ਵਿੱਚ, ਜੋ ਮਰਜ਼ੀ ਹੋ ਜਾਏ ਜ਼ਿੰਦਗੀ ਦੇ ਵਿੱਚ, ਠੀਕ ਹੈ। ਖੁਸ਼ ਰਹੋ, ਦੁਬਾਰੇ ਥੋੜ੍ਹਾ ਮਿਲਣੀ ਹੈ ਯਾਰ। ਸੋ ਐਂ ਸੋਚਣਾ ਵੀ ਬਸ ਚੜ੍ਹਦੀ ਕਲਾ 'ਚ ਰਹਿਣਾ, ਵੀ ਕੁੱਤੀਆਂ ਤਾਂ ਹੀ ਰਹਿਣੀਆਂ ਚਾਹੀਦੀਆਂ, ਚਾਹੇ ਪੜ੍ਹੀਏ ਚਾਹੇ ਨਾ ਪੜ੍ਹੀਏ, ਚਾਹੇ 0 ਨੰਬਰ ਆ ਜਾਏ, ਠੀਕ ਹੈ। ਚੜ੍ਹਦੀ ਕਲਾ 'ਚ ਰਹਿਣਾ ਬਸ। ਕੋਈ ਗੱਲ ਨਹੀਂ, ਪੇਪਰ ਔਖਾ ਆਜੂ, ਨਹੀਂ ਹੋਊਗਾ, ਜ਼ਿਆਦਾ ਤੋਂ ਜ਼ਿਆਦਾ ਇਹੀ ਹੋ ਸਕਦਾ ਹੈ। ਫਿਰ ਕਿਹੜਾ ਮਰ ਗਏ ਯਾਰ, ਬੈਠੇ ਆ, ਦੁਬਾਰੇ ਤਿਆਰੀ ਕਰਾਂਗੇ। ਤਾਂ ਇੱਕੋ ਹੀ ਗੱਲ ਹੈ ਵੀ ਮਰਨ ਤੋਂ ਪਹਿਲਾਂ ਨਹੀਂ ਮਰਨਾ ਚਾਹੀਦਾ, ਠੀਕ ਹੈ। ਮੇਰੇ ਬੈਕ ਪੇਨ ਦੀ ਪ੍ਰੋਬਲਮ ਆਈ ਸੀ, 2-3 ਸਾਲ ਮੈਂ ਬੜਾ ਸਫ਼ਰ ਕੀਤਾ, ਮੈਨੂੰ ਲੱਗਿਆ ਮੇਰਾ PhD ਦਾ ਕੰਮ ਰੁਕ ਗਿਆ। ਤਾਂ ਮੈਂ ਇੱਥੇ ਪਟਿਆਲੇ 42-82 ਦੇ ਵਿੱਚ ਅਸੀਂ ਰਹਿਣ ਲੱਗੇ ਸੀ, PG ਲਿਆ। ਤਾਂ ਉਹ ਅੰਕਲ ਨੇ ਮੈਨੂੰ ਇੱਕੋ ਹੀ ਗੱਲ ਸਿਖਾਈ ਜ਼ਿੰਦਗੀ ਦੇ ਵਿੱਚ, ਕਹਿੰਦਾ ਵੀ ਕਿਉਂਕਿ ਮੈਂ ਸਟ੍ਰੈਸ ਦੇ ਵਿੱਚ ਸੀ, ਮੈਨੂੰ ਲੱਗਦਾ ਸੀਗਾ ਵੀ ਯਾਰ ਜ਼ਿੰਦਗੀ ਖਤਮ ਹੋ ਗਈ, ਮੇਰਾ ਕੰਮ ਨਹੀਂ ਹੋਇਆ, ਹੈ ਨਾ। ਸੋ ਮੈਨੂੰ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ, ਕਹਿੰਦੇ ਮਰ ਤਾਂ ਜਾਣਾ ਹੀ ਹੈ, ਘੁੱਟ ਕੇ ਮਰਨ ਤੋਂ ਪਹਿਲਾਂ ਇਹੀ ਹੈ ਵੀ ਜ਼ਿੰਦਗੀ ਨੂੰ ਜਿਉਂ ਲਾ। ਕਦੇ ਵੀ ਕਹਿੰਦੇ ਮਰਨ ਤੋਂ ਪਹਿਲਾਂ ਨਹੀਂ ਮਰਨਾ ਚਾਹੀਦਾ। ਇੱਕ ਵਾਰੀ ਤਾਂ ਮਰਨਾ ਨਾ, ਜਿਵੇਂ ਮੌਤ ਤਾਂ ਸੱਚਾਈ ਹੈ, ਪਰ ਉਹਦੇ ਤੋਂ ਪਹਿਲਾਂ ਰੋਜ਼ ਥੋੜ੍ਹੀ ਮਰੀ ਜਾਣਾ ਆਪਾਂ, ਐਵੇਂ ਨੁਕਸ ਕੱਢੀ ਜਾਂਦੇ ਆ, ਐਂ ਹੋ ਗਿਆ, ਵਾਹ ਹੋ ਗਿਆ ਚੀਜ਼ਾਂ। ਸੋ ਤੁਸੀਂ ਨਹੀਂ ਕਰਨੀਆਂ ਇਹ, ਠੀਕ ਹੈ। ਗੱਡ ਕੇ ਰੱਖੋ ਕੰਮ, ਕੋਈ ਗੱਲ ਨਹੀਂ। ਸੋ ਆ ਜਾਓ, FTP ਹੈ ਫਾਈਲ ਟਰਾਂਸਫਰ ਪ੍ਰੋਟੋਕੋਲ। SLS ਆ ਗਿਆ 3D ਪ੍ਰਿੰਟਿੰਗ ਦੇ ਵਿੱਚ। SLS ਹੁੰਦਾ ਸਿਲੈਕਟਿਵ ਲੇਜ਼ਰ ਸੈਂਟਰਿੰਗ। HTML ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਫਾਦਰ ਇਹਦਾ ਟਿਮ ਬਰਨਰ-ਲੀ। APN ਐਕਸੈਸ ਪੁਆਇੰਟ ਨੇਮ, ਇਹ ਆਈ ਹੋਈ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ 22 ਅਗਸਤ 2021 ਵਾਲੇ ਦੇ ਵਿੱਚ। ਤੇ GPS ਗਲੋਬਲ ਪੋਜੀਸ਼ਨਿੰਗ ਸਿਸਟਮ, SM ਇਹ ਵੀ ਪੁੱਛਿਆ ਹੋਇਆ, ਦੇਖੋ ਬਹੁਤ ਇੰਪੋਰਟੈਂਟ ਹੈ ਨਾ। ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ, ਇਹਦੇ ਨਾਲ ਲੱਗਦੇ ਮੈਂ ਹੋਰ ਦੱਸ ਦੇਣਾ ਇੱਕ ਦੋ। IMSI ਤੇ IMEI, ਬਿੱਲੀਆਂ ਬੁੱਲੀਆਂ ਭੱਜ ਰਹੀਆਂ, ਹੁਣ ਤਾਂ ਭੱਜੀ ਜਾਣ ਦੇ ਘਰੇ, ਠੀਕ ਹੈ, ਕੁਛ ਨਹੀਂ ਹੁੰਦਾ। ਬਿੱਲੀਆਂ ਵੀ ਆਪਾਂ ਤਾਂ ਕੰਧਾਂ ਤੇ ਚੜਾ ਦਾਂਗੇ, ਹਜੇ ਤਾਂ ਕੁੱਤੀਆਂ ਹੀ ਚੜਾਈਆਂ, ਕਿ ਭੱਜ ਲਓ ਜਿੰਨਾ ਭੱਜਣਾ। IMEI, ਠੀਕ ਹੈ। IMEI ਹੁੰਦਾ ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਈਡੈਂਟੀਟੀ। IMSI ਹੁੰਦਾ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਈਡੈਂਟੀਟੀ, ਠੀਕ ਹੈ ਜੀ। SSD ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਹੱਦੋਂ ਵੱਧ ਜ਼ਿਆਦਾ ਇੰਪੋਰਟੈਂਟ ਹੈ। ਸੋਲਿਡ ਸਟੇਟ ਡਰਾਈਵ। ਸੋ ਇਹਦੇ ਨਾਲ ਲੱਗਦੀ ਇੱਕ ਹੋਰ ਰਹਿ ਗਈ ਸੀ, ਉਹ ਦੱਸਦੇ ਹਾਂ VoIP। ਇਹਦੇ ਤੇ ਕੁਐਸਚਨ ਵੀ ਬਹੁਤ ਤੰਗ ਕਰਦੇ ਆਪਾਂ ਨੂੰ, ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ, ਠੀਕ ਆ। ਸੋ SSD ਸੋਲਿਡ ਸਟੇਟ ਡਰਾਈਵ। ਤੇ MNP4 ਹੁੰਦਾ ਹੈ ਮਾਈਕਰੋਕੋਮ ਨੈਟਵਰਕ ਪ੍ਰੋਟੋਕੋਲ ਵਰਜ਼ਨ 4, ਇਹ ਵੀ ਪੁੱਛੀ ਗਈ ਹੈ। ਤੇ IBG ਹੈ ਇੰਟਰ ਬਲੌਕ ਗੈਪ। ਤੇ TCP ਬਹੁਤ ਸੌਖਾ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਐਂਡ ਯੂਨੀਬੈਕ ਬਹੁਤ ਇੰਪੋਰਟੈਂਟ ਹੈ, ਯੂਨੀਵਰਸਲ ਆਟੋਮੈਟਿਕ ਕੰਪਿਊਟਰ। ਇਹ ਤੀਜੀ ਜਨਰੇਸ਼ਨ ਦਾ ਡਿਵਾਈਸ ਹੈ ਯੂਨੀਬੈਕ, ਯੂਨੀਵਰਸਲ ਆਟੋਮੈਟਿਕ ਕੰਪਿਊਟਰ। ENIAC ਆ ਗਿਆ ਅੱਗੇ, ਇਹ ਆਪਾਂ ਨੂੰ ਪੁੱਛਿਆ ਹੀ ਗਿਆ ਹੈ ਨਾ। ਇਹ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ 'ਚ ਦੱਸਿਆ ਵੀ ਵਰਲਡ ਫਸਟ ਜਰਨਲ ਪਰਪਜ਼ ਇਲੈਕਟ੍ਰੋਨਿਕ ਕੰਪਿਊਟਰ ਕਿਹੜਾ ਸੀ। ਦੁਨੀਆ ਦਾ ਪਹਿਲਾ ਜਰਨਲ ਪਰਪਜ਼, ਮਤਲਬ ਸਾਰੇ ਕੰਮਾਂ ਵਾਸਤੇ ਵਰਤਿਆ ਜਾਂਦਾ ਸੀ। ਤੇ ਇਹ ਇਲੈਕਟ੍ਰੋਨਿਕ ਸੀ। ਕਦੋਂ ਬਣਿਆ? 1946 ਦੇ ਵਿੱਚ। ਟਿਊਰਿੰਗ ਕੰਪਲੀਟ ਸੀਗਾ। ਇਹਦੀ ਫੁੱਲ ਫਾਰਮ ਪੁੱਛੀ ਹੈ, ਇਲੈਕਟ੍ਰੋਨਿਕ ਨੂਮੈਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ। ਇਲੈਕਟ੍ਰੋਨਿਕ ਨੂਮੈਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ। ਤੇ ਇਹ ਕਿਹੜੇ ਬੰਦਿਆਂ ਨੇ ਬਣਾਇਆ ਸੀ? ਇਹਦਾ ਨਾਮ ਵੀ ਇੰਪੋਰਟੈਂਟ ਹੈ, ਜੌਨ ਮੈਕੌਲੇ ਐਂਡ ਜੇ ਪ੍ਰੋਸਪਰ ਇਕਾਰਟ। ਤੇ ਇਹ 30 ਇਹਦੇ ਵਿੱਚ ਵੇਟ ਇਹਦਾ 30 ਟਨ ਦਾ ਸੀਗਾ, ਠੀਕ ਹੈ। ਵੈਕਿਊਮ ਟਿਊਬ ਵਿੱਚ 18,000 ਵਰਤੀਆਂ ਜਾਂਦੀਆਂ ਸੀ। ਪਾਵਰ 200 ਕਿਲੋਵਾਟਸ, ਬਹੁਤ ਜ਼ਿਆਦਾ ਪਾਵਰ ਲੈਂਦਾ ਸੀ। ਤੇ ਬਿਲਡਿੰਗ ਦੇ ਵਿੱਚ ਸਾਈਜ਼ ਸੀ। ਤਾਂ ਆਨਸਰ ਹੋ ਗਿਆ ਇਲੈਕਟ੍ਰੋਨਿਕ ਨੂਮੈਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ। ਕਲੀਅਰ? ਸੋ ਇਹ ਆਪਾਂ ਸਾਰੇ ਕੁਐਸਚਨ ਡਿਸਕਸ ਕਰ ਲਏ। ਇਹਦੇ ਤੋਂ ਬਿਨਾਂ ਮੇਰੇ ਕੋਲੇ ਇਹ 16ਵੇਂ ਚੈਪਟਰ ਦੀਆਂ ਐਬਰੀਵੇਸ਼ਨਾਂ ਸੀਗੀਆਂ। ਵੈਸੇ ਮੈਂ ਚੈਪਟਰ ਵਾਈਜ਼ ਹਜੇ ਕਰਵਾਉਣੇ ਨੇ, ਹਜੇ ਮੈਂ 3 ਹੀ ਚੈਪਟਰ ਕਰਵਾਏ ਨੇ। ਚੌਥਾ, ਪੰਜਵਾਂ, ਛੇਵਾਂ, ਸੱਤਵਾਂ ਜਿੰਨਾ ਬੱਚਿਆਂ ਕੋਲੇ ਵਰਕਬੁੱਕ ਹੈਗੀ ਹੈ, ਸੋ ਉਹਨਾਂ ਨੂੰ ਪਤਾ ਹੋਣਾ ਵੀ ਇਹ ਨੋਟਸ ਕਿਵੇਂ ਬਣੇ ਹੋਏ ਨੇ। ਜੇਕਰ ਤੁਸੀਂ ਵੀ ਮੈਥੋਂ ਨੋਟਸ ਲੈਣਾ ਚਾਹੁੰਦੇ ਹੋ ਤਾਂ ਨੋਟਸਾਂ ਦੇ ਕੋਈ ਵੀ ਚਾਰਜਸ ਨਹੀਂ ਹੈਗੇ। ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਜਾਂ ਟੈਲੀਗ੍ਰਾਮ ਚੈਨਲ ਆਪਣਾ, ਉਹਨਾਂ ਦਾ ਮੈਂ ਲਿੰਕ ਨੀਚੇ ਦਿੱਤਾ ਹੋਇਆ, ਉੱਥੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਆਪਾਂ ਤੁਹਾਨੂੰ ਨੋਟਸ ਫ੍ਰੀ ਪ੍ਰੋਵਾਈਡ ਕਰਾਵਾਂਗੇ। ਬਹੁਤ ਵਧੀਆ ਨੋਟਸ ਬਣਾਏ ਹੋਏ ਨੇ, ਤਾਂ ਕੋਈ ਚਾਰਜਸ ਨਹੀਂ ਲਵਾਂਗੇ। ਬਸ ਰਿਕੁਐਸਟ ਹੀ ਕਰਾਂਗੇ ਕਿ ਤੁਸੀਂ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ। ਇੱਥੇ ਤੁਸੀਂ ਮੇਰੀ ਸਪੋਰਟ ਕਰ ਸਕਦੇ ਹੋ, ਪੈਸੇ ਆਪਾਂ ਨੂੰ ਨਹੀਂ ਚਾਹੀਦੇ। ਬਸ ਜ਼ਿਆਦਾ ਤੋਂ ਜ਼ਿਆਦਾ ਆਪਣੇ ਸਬਸਕ੍ਰਾਈਬਰ ਵਧਾਓ, ਤਾਂ ਕਰਕੇ ਆਪਾਂ ਮਿਹਨਤ ਹੋਰ ਜ਼ਿਆਦਾ ਕਰੀਏ ਤੇ ਰੀਚ ਵਧੇ ਆਪਣੀ, ਠੀਕ ਹੈ।
ਸੋ ਇਹੀ ਆਪਣਾ ਤੁਸੀਂ ਮੇਰੇ ਲਈ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਪੈਸੇ ਕਿਉਂ ਨਹੀਂ ਲਏ ਜਾ ਰਹੇ ਹੈ ਨਾ। ਆਪਾਂ ਤੁਹਾਡੇ ਤੋਂ ਥੋੜ੍ਹਾ ਪੈਸੇ ਲੈਣੇ ਯਾਰ, ਮੈਨੂੰ ਪਤਾ ਹੈ, ਮੈਂ ਵੀ ਸਟੂਡੈਂਟ ਹਾਂ, ਮੈਂ ਸਟਿਲ ਐਮ ਸਟੂਡੈਂਟ ਹੈ ਨਾ। ਸਟੂਡੈਂਟ ਲਾਈਫ ਦੇ ਵਿੱਚ ਕਿੰਨਾ ਜ਼ਿਆਦਾ ਬੋਝ ਹੁੰਦਾ, ਪਹਿਲਾਂ ਆਪਾਂ ਫਾਰਮ ਭਰਦੇ ਹਾਂ, ਬੜੇ ਪੈਸੇ ਲੱਗਦੇ ਆ, ਫਿਰ ਤਿਆਰੀ ਕਰਦੇ ਹਾਂ, ਫਿਰ ਇਹਨਾਂ ਚੀਜ਼ਾਂ 'ਚ ਉਲਝ ਜਾਂਦੇ ਹਾਂ ਛੋਟੀਆਂ ਛੋਟੀਆਂ ਦੇ ਵਿੱਚ। ਸੋ ਆਪਾਂ ਕੋਈ ਵੀ ਪੈਸਾ ਨਹੀਂ ਲੈਣਾ ਤੁਹਾਡੇ ਤੋਂ, ਠੀਕ ਹੈ। ਆਪਾਂ ਪੈਸੇ ਕਮਾਉਣੇ YouTube ਤੋਂ, ਤੁਸੀਂ ਵੀਡੀਓ ਦੇਖੋ, ਸ਼ੇਅਰ ਕਰੋ, ਆਪਾਂ ਲਵਾਂਗੇ ਉਹਨਾਂ ਤੋਂ, YouTube ਵਾਲਿਆਂ ਤੋਂ ਪੈਸੇ, ਗੂਗਲ ਤੋਂ, ਹੈ ਨਾ, ਕੰਪਨੀਆਂ ਤੋਂ ਲਵਾਂਗੇ। ਹਾਂ, ਅਸਕਾਈ ਹੁੰਦਾ ਅਮੈਰੀਕਨ ਲਿਸਟ ਹੈ, ਕੁਛ ਹੋਰ ਜ਼ਿਆਦਾ ਐਬਰੀਵੇਸ਼ਨਾਂ ਨੇ ਜਿਹੜੀਆਂ ਉਹਦੇ ਵਿੱਚ ਨੇ, ਉਹ ਤੁਹਾਨੂੰ ਪੜ੍ਹਨੀਆਂ ਨਹੀਂ ਪੈਣੀਆਂ, ਤੁਸੀਂ ਆਡੀਓ ਹੀ ਸੁਣ ਲਿਓ, ਵੀਡੀਓ ਸੁਣ ਲਿਓ, ਚਾਹੇ ਆਡੀਓ ਸੁਣ ਲਿਓ, ਠੀਕ ਹੈ। ਅਸਕਾਈ ਹੁੰਦਾ ਅਮੈਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ ਪੁੱਛੀ ਹੈ, ANSI ਹੈ, ਅਮੈਰੀਕਨ ਨੈਸ਼ਨਲ ਸਟੈਂਡਰਡ ਇੰਸਟੀਟਿਊਟ। ਐਲਗੋਰਿਕ ਲੈਂਗੁਏਜ ਹੈ, ਐਲਗੋਰਿਥਮਿਕ ਲੈਂਗੁਏਜ। AGP ਹੈ ਐਕਸਲਰੇਟਡ ਗ੍ਰਾਫਿਕ ਪੋਰਟ। ASP ਹੈ ਐਕਟਿਵ ਸਰਵਰ ਪੇजेस। AWS ਹੈ ਐਮਾਜ਼ੋਨ ਵੈਬ ਸਰਵਿਸਿਸ। ਤੇ AEC ਹੈ ਐਡਵਾਂਸਡ ਆਡੀਓ ਕੋਡਿੰਗ। ALU ਹੈ ਅਰਥਮੈਟਿਕ ਲੌਜਿਕ ਯੂਨਿਟ। ਤੇ BIOS ਹੈ ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਤੇ ਬੇਸਿਕ ਵੀ ਲੈਂਗੁਏਜ ਹੈ ਬਿਗਨਰਸ ਆਲ ਪਰਪਸ ਸਿੰਬੋਲਿਕ ਇੰਸਟਰਕਸ਼ਨ ਕੋਡ। ਤੇ BLE ਹੈ ਬਲੂਟੁੱਥ ਲੋ ਐਨਰਜੀ। ਇਹ ਚੌਥੇ ਤੇ ਪੰਜਵੇਂ ਨੂੰ ਬੋਲਦੇ ਆ ਸ਼ਾਇਦ, ਬਲੂਟੁੱਥ ਅੱਜ ਕੱਲ੍ਹ ਚੌਥਾ ਤੇ ਪੰਜਵਾਂ ਚੱਲ ਰਿਹਾ ਨਾ, ਉਹਨੂੰ ਆਪਾਂ ਬਲੂਟੁੱਥ ਲੋ ਐਨਰਜੀ ਬੋਲਦੇ ਹਾਂ। ਕਬੋਲ ਇੱਕ ਲੈਂਗੁਏਜ ਹੈ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। CD ਹੈ ਕੰਪੈਕਟ ਡਿਸਕ। ਤੇ CLI ਹੁੰਦਾ ਕਮਾਂਡ ਲਾਈਨ ਇੰਟਰਫੇਸ। CSIS ਆ ਚੁੱਕਿਆ ਕਾਸਕੇਡਿੰਗ ਸਟਾਈਲ ਸ਼ੀਟ। ਤੇ CPU ਹੁੰਦਾ ਆਪਣੇ ਕੋਲੇ ਸੈਂਟਰਲ ਪ੍ਰੋਸੈਸਿੰਗ ਯੂਨਿਟ। ਇਹਦੇ ਨਾਲ ਲੱਗਦਾ GPU ਹੁੰਦਾ, ਵੈਸੇ ਅੱਗੇ ਆਊਗਾ, ਗ੍ਰਾਫਿਕ ਪ੍ਰੋਸੈਸਿੰਗ ਯੂਨਿਟ। ਇੱਕ TPU ਹੁੰਦਾ ਟੈਂਸਰ ਪ੍ਰੋਸੈਸਿੰਗ ਯੂਨਿਟ। ਇੱਕ FPU ਵੀ ਹੁੰਦਾ ਫਲੋਟਿੰਗ ਪੁਆਇੰਟ ਯੂਨਿਟ। ਦੇਖੋ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਗ੍ਰਾਫਿਕ ਪ੍ਰੋਸੈਸਿੰਗ ਯੂਨਿਟ, ਟੈਂਸਰ ਪ੍ਰੋਸੈਸਿੰਗ ਯੂਨਿਟ ਤੇ ਫਲੋਟਿੰਗ ਪੁਆਇੰਟ ਯੂਨਿਟ। ਨੋਟਸਾਂ 'ਚ ਹੈਗੀਆਂ ਚੀਜ਼ਾਂ ਇਹ। CND ਕੈਂਡੀ ਨਹੀਂ ਲੱਗਦਾ ਇਹ ਤੋਂ, ਕੰਪਿਊਟਰ ਨੈਟਵਰਕ ਡਿਫੈਂਸ। CMYK ਬਹੁਤ ਇੰਪੋਰਟੈਂਟ ਹੈ, ਕਲਰ ਮਾਡਲ ਹੈ ਕੰਪਿਊਟਰ ਦੇ ਵਿੱਚ। ਸਿਆਨ, ਮਜੈਂਟਾ, ਯੈਲੋ, ਕੇ ਤੇ ਹੁੰਦਾ ਕੀ। ਇਹ ਰੰਗਾਂ ਨੂੰ ਮਿਲਾ ਕੇ ਹੀ ਬਾਕੀ ਦੇ ਕਲਰ ਬਣਦੇ ਨੇ। ਸਕਰੀਨਸ਼ਾਟ ਲੈਣਾ, ਮੈਂ ਦੇਖੋ ਕੋਚੇ ਮੋਚੇ ਜੇ ਹਟਾ ਦੇਣਾ, ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਅਗਲਾ ਕੁਐਸਚਨ ਤਾਂ ਹੈ ਹੀ ਨਹੀਂ, ਮੈਨੂੰ ਉਹੀ ਬਣਿਆ ਹੋਇਆ ਫਲੋ ਜਿਹਾ ਵੀ। ਅਗਲਾ ਕੁਐਸਚਨ ਅਗਲੇ ਪੇਜ ਤੇ ਆ ਗਏ ਆਪਾਂ। CDMA ਆਪਾਂ ਤਿੰਨੋਂ ਕਰ ਚੁੱਕੇ ਹਾਂ, ਕੋਡ, ਫਰੀਕੁਐਂਸੀ ਤੇ ਟਾਈਮ। ਬਾਕੀ ਸਾਰੇ ਡਿਵੀਜ਼ਨ, ਮਲਟੀਪਲ ਐਕਸੈਸ। ਸਿਸਕ ਤੇ ਰਿਸਕ ਵੀ ਕਰ ਚੁੱਕੇ ਆਪਾਂ। ਕੰਪਲੈਕਸ ਇੰਸਟਰਕਸ਼ਨ ਸੈੱਟ ਕੰਪਿਊਟਰ। ਰਿਸਕ ਹੁੰਦਾ ਰਿਡਿਊਸ ਇੰਸਟਰਕਸ਼ਨ ਸੈੱਟ ਕੰਪਿਊਟਰ। DCI ਹੈ ਡਿਜੀਟਲ ਸਿਨੇਮਾ ਇਨੀਸ਼ੀਏਟਿਵ। DNS ਹੈ ਡੋਮੇਨ ਨੇਮ ਸਿਸਟਮ, ਬਹੁਤ ਇੰਪੋਰਟੈਂਟ ਹੈ, ਇਹ ਪੁੱਛ ਲੈਂਦਾ। DPI ਹੈ ਡਾਟਸ ਪਰ ਇੰਚ, ਇੰਪੋਰਟੈਂਟ ਹੈ। DOM ਹੈ ਡਾਕੂਮੈਂਟ ਆਬਜੈਕਟ ਮਾਡਲਿੰਗ। DLP ਹੈ ਡੇਟਾ ਲੌਸ, ਪਿਛਲੇ 'ਚ ਵੀ ਦੱਸਾਂ ਇੰਪੋਰਟੈਂਟ ਹੋਈ। ਸਕਾਈ ਇੰਪੋਰਟੈਂਟ ਹੈ, ਦੱਸ ਦੇਣਾ ਚਲੋ ਯਾਰ। ਸਕਾਈ ਇੰਪੋਰਟੈਂਟ ਹੈ। ਅਲਗੋਲ ਇੰਪੋਰਟੈਂਟ ਹੈ। BIOS ਬਹੁਤ ਇੰਪੋਰਟੈਂਟ ਹੈ। ALU ਇੰਪੋਰਟੈਂਟ ਹੈ। ਬੇਸਿਕ, BLE, ਕਬੋਲ, CD, ਇਹ ਤਾਂ ਸਾਰੀਆਂ ਹੀ ਆ ਹੈ ਨਾ, ਆਹ ਵਾਲੀਆਂ, ਇਹ ਸਾਰੀਆਂ ਇੰਪੋਰਟੈਂਟ ਨੇ। ਆਹ ਵੀ ਹਟਾ ਦੇਣੇ, ਆਹ ਚੀਜ਼ਾਂ ਹਟਾ ਦੇਣਾ ਮੈਂ। ਆਹ ਸਾਰੀਆਂ ਇੰਪੋਰਟੈਂਟ ਹੈ, ਆਹ ਵੀ ਇੰਪੋਰਟੈਂਟ ਹੈ। DNS ਇੰਪੋਰਟੈਂਟ ਹੈ। DPI ਡਾਟਸ ਪਰ ਇੰਚ। DOM, DLP ਡੇਟਾ ਲੌਸ ਪ੍ਰੀਵੈਂਸ਼ਨ। DTP ਡੈਸਕਟਾਪ ਪਬਲਿਸ਼ਿੰਗ ਇੰਪੋਰਟੈਂਟ ਹੈ, ਪੁੱਛ ਚੁੱਕਿਆ ਹੈ। EBCDIC ਆਪਾਂ ਦੱਸਿਆ ਸੀ ਨਾ ਇੱਕ ਸਕਾਈ, ਇਹ EBCDIC ਐਕਸਟੈਂਡਡ ਬਾਈਨਰੀ ਕੋਡਰ ਡੈਸੀਮਲ ਇੰਟਰਚੇਂਜ ਕੋਡ, ਇਹ ਵੀ ਇੰਪੋਰਟੈਂਟ ਹੈ। ਈਮੇਲ, ਇਲੈਕਟ੍ਰੋਨਿਕ ਮੇਲ। EPROM, ਇਹ ਵੀ ਇੰਪੋਰਟੈਂਟ ਹੈ। ਇਰੇਜ਼ੇਬਲ ਐਂਡ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। EFI ਐਕਸਟੈਂਸ਼ੇਬਲ ਫਰਮਵੇਅਰ ਇੰਟਰਫੇਸ। EEPROM, ਇਹ ਪੁੱਛ ਚੁੱਕਿਆ ਹੈ। ਇਲੈਕਟ੍ਰੀਕਲੀ ਇਰੇਜ਼ੇਬਲ ਐਂਡ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਫੋਰਟਰਨ ਇੰਪੋਰਟੈਂਟ ਹੈ। ਫਾਰਮੂਲਾ ਟਰਾਂਸਲੇਸ਼ਨ। FPU ਦੱਸ ਚੁੱਕੇ ਹਾਂ, ਫਲੋਟਿੰਗ ਪੁਆਇੰਟ ਯੂਨਿਟ। GPU ਦੱਸ ਚੁੱਕੇ ਹਾਂ, ਗ੍ਰਾਫਿਕ ਪ੍ਰੋਸੈਸਿੰਗ ਯੂਨਿਟ। GUI ਗ੍ਰਾਫਿਕਲ ਯੂਜ਼ਰ ਇੰਟਰਫੇਸ। GPS ਗਲੋਬਲ ਪੋਜੀਸ਼ਨਿੰਗ ਸਿਸਟਮ। GIS ਜਿਓਗ੍ਰਾਫਿਕਲ ਇਨਫੋਰਮੇਸ਼ਨ ਸਿਸਟਮ। IBM ਬਹੁਤ ਇੰਪੋਰਟੈਂਟ ਹੈ। ਇੰਟਰਨੈਸ਼ਨਲ ਬਿਜ਼ਨਸ ਮਸ਼ੀਨ। IC ਹੁੰਦਾ ਇੰਟੀਗ੍ਰੇਟਡ ਸਰਕਟ। IoT ਇੰਟਰਨੈਟ ਆਫ ਥਿੰਗਸ। ISP ਇੰਟਰਨੈਟ ਸਰਵਿਸ ਪ੍ਰੋਵਾਈਡਰ। ਇੰਟਰੂਜਨ ਆ ਗਿਆ ਯਾਰ, ਇਨਫਰਾਸਟਰਕਚਰ ਐਜ ਏ ਸਰਵਿਸ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ। ਆਸ ਵੀ ਹੁੰਦਾ, ਇੱਕ ਪਾਸ ਹੁੰਦਾ, ਇੱਕ ਸਾਸ ਹੁੰਦਾ। ਸਾਸ ਵੀ ਕਵੀ ਬਹੂ ਥੀ ਉਹ ਵਾਲਾ ਹੀ ਹੈ ਨਾ। PS ਹੁੰਦਾ ਪਲੇਟਫਾਰਮ ਐਜ ਏ ਸਰਵਿਸ। SS ਹੁੰਦਾ ਸੌਫਟਵੇਅਰ ਐਜ ਏ ਸਰਵਿਸ। I ਵਾਲਾ ਹੁੰਦਾ ਜਿਹੜਾ, ਉਹ ਹੁੰਦਾ ਇਨਫਰਾਸਟਰਕਚਰ। ਆ ਦੇਖੋ, ਇਨਫਰਾਸਟਰਕਚਰ, ਪਲੇਟਫਾਰਮ ਤੇ ਸੌਫਟਵੇਅਰ ਐਜ ਏ ਸਰਵਿਸ ਸਾਰਿਆਂ 'ਚ ਆਊਗਾ। ਕਲੀਅਰ ਹੋਈ ਗੱਲ। IPS ਇੰਟਰੂਜਨ ਪ੍ਰੀਵੈਂਸ਼ਨ ਸਿਸਟਮ। ਤੇ IDS ਹੁੰਦਾ ਇੰਟਰੂਜਨ ਡਿਟੈਕਸ਼ਨ ਸਿਸਟਮ। IEMI ਕਰਾ ਚੁੱਕੇ ਹਾਂ, ਇਹ ਵੀ ਇੰਪੋਰਟੈਂਟ ਨੇ। ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਇਡੈਂਟੀ।
इंटरनेशनल मोबाइल सबसक्राइबर आइडेंटिटी IANA, इंटरनेट असाइन नंबर एंड अथॉरिटी IET, इंटरनेट इंजीनियरिंग टास्क फोर्स, लैन लोकल एरिया नेटवर्क वाईफाई लाइट फिडिलिटी। ठीक है, तो LSI लार्ज स्केल इंटीग्रेशन सर्किट, मैन मैट्रोपोलिटन एरिया नेटवर्क MICR, मैग्नेटिक इंक करैक्टर रिकोगनीशन रिकोगनाइजर या रीडर भी कहा जाता है। MMS बहुत ज़्यादा इंपॉर्टेंट है, मल्टीमीडिया सर्विसेज, मैक मीडिया एक्सेस कंट्रोल, मीडियम लार्ज स्केल इंटीग्रेशन, मीडियम लार्ज दोनों थोड़ी हो गए, जे मीडियम भी कहता नाले लार्ज भी, लार्ज वाला उपर पे LSI तो MSI होंगे मीडियम स्केल इंटीग्रेशन। MS DOS माइक्रोसॉफ्ट डिस्क ऑपरेटिंग सिस्टम, MROM मास्टरड्रोम मूक, वैसे ये हायर एजुकेशन दी है पर फिर भी पढ़ लो। मैसिव ओपन ऑनलाइन कोर्स, MBR होंगे मास्टर बूट रिकॉर्ड, OCR है ऑप्टिकल करैक्टर रिकोगनाइजर या रीडर भी कहा जाता है। OMR ऑप्टिकल मार्क रीडर, OTP बहुत इंपॉर्टेंट है, वन टाइम पासवर्ड, OSAVP ओपन वेब एप्लीकेशन सिक्योरिटी प्रोजेक्ट, PHP हाइपर टैक्सट प्री प्रोसैसर। ये पुट्ठा लगता ना भी H तो शुरू हो गया कि P तो शुरू नहीं होया, ये मैनू भी शक जा पै जाता कदे कदे भी ये ऐं क्यों है। हाइपर टैक्सट प्री प्रोसैसर याद रखना। PCI पेरीफेरल कंपोनेंट इंटरकनेक्ट, PROM प्रोग्रामेबल रीड ओनली मेमोरी, PAN पर्सनल एरिया नेटवर्क। अगे आ गया पिन पर्सनल आइडेंटिफिकेशन नंबर, PUC PUC ते PUK है तो पर्सनल अनब्लॉकिंग की, जे PUC है पर्सनल अनब्लॉकिंग कोड बहुत इंपॉर्टेंट है। पावर ऑन सेल्फ टेस्ट पास आ गया, देखो प्लेटफॉर्म एज ए सर्विस, रोम रीड ओनली मेमोरी, RGB बहुत इंपॉर्टेंट है। जिमें CYMK मॉडल है कलर रंगां दा, उवें ही RGB है। कई बार ऐ क्वेश्चन पूछ ले कि कंप्यूटर दे विच किहड़े कलर मॉडल ने, तो RGB ते CMYK। RGB हुंदा रेड ग्रीन ब्लू, सियान मजेंटा, CMYK हुंदा ना CMYK, सियान मजेंटा येलो के। वैसे अगे पिछे ना कोई फर्क नहीं पैंदा, पर आपां बोलण दा एक फ्लो जिहा नहीं बणिया हुंदा कि सियान मजेंटा येलो, तो हुण सियान येलो मजेंटा जुड़दा या नहीं, जुड़दा तो हैगा पर मैं ऐ बोलिया होया। RFID इंपॉर्टेंट आई भी हुई है। रेडियो फ्रिक्वेंसी आइडेंटिफिकेशन, SSI स्मॉल स्केल इंटीग्रेशन, SSD बहुत इंपॉर्टेंट है। सॉलिड स्टेट ड्राइव, SGML स्टैंडर्ड जर्नल मार्कअप लैंग्वेज, पता नहीं S गोल्ड फ्रैब करके दा फादर सीगा, SAS आ गया, सॉफ्टवेयर एज ए सर्विस। SMS बहुत इंपॉर्टेंट है। शॉर्ट मैसेज सर्विस, SIM बहुत ज़्यादा इंपॉर्टेंट है। सब्सक्राइबर आइडेंटिटी मॉड्यूल, SQL भी इंपॉर्टेंट है। स्ट्रक्चरल क्वेरी लैंग्वेज, SAN स्टोरेज एरिया नेटवर्क, SSH सिक्योर शैल। क्लियर हुई जी गल। अगे आ गया टेलनेट टेलीकम्युनिकेशन नेटवर्क, URL बहुत इंपॉर्टेंट है। यूनिफॉर्म रिसोर्स लोकेटर, ULSI बहुत इंपॉर्टेंट है। अल्ट्रा लार्ज स्केल इंटीग्रेशन, UPS इंपॉर्टेंट है। अनइंटरप्टेबल पावर सप्लाई, USB ये भी इंपॉर्टेंट है। यूनिवर्सल सीरियल बस, UEFI यूनिफाइड एक्सटेंसिबल फर्मवेयर इंटरफेस, UCS यूनिकोड यूनिवर्सल कोडेड करैक्टर सेट इंपॉर्टेंट है। UTF होंगे यूनिकोड ट्रांसफॉर्मेशन फॉर्मेट, VLSI। वेरी लार्ज स्केल इंटीग्रेशन, VPN बहुत इंपॉर्टेंट है। वर्चुअल प्राइवेट नेटवर्क, वाईफाई वायरलेस फिडिलिटी, WAN वाइड एरिया नेटवर्क, वर्ल्ड वाइड वेब, XP एक्सट्रीम प्रोग्रामिंग, XHTML एक्सटेंसिबल हाइपर टैक्सट मार्कअप लैंग्वेज। सो ये सारिया एबरीवेशनां थोड़ियां कंप्लीट हो गई। आई होप मैनू लगता है कि हुण कोई भी नहीं बची इंपॉर्टेंट है, तो बहुत ज़्यादा ने। आपां लगातार 6 घंटे की वीडियो बना सकते हैं ना, पर इंपॉर्टेंट यही ने, इन्हां चों ही पुछियां जाणगियां। तुसीं एक बारी या 2 बारी सुन सकते हो, ठीक है। सो BOIP का टॉपिक रहिंदा, मैं कोशिश करूँगा भी वो कंप्लीट कर सकां, है ना। ये तो बिना 2 वीडियो मैं होर बना के पाऊँगा TSS दियाँ, टैक्नीकल सपोर्ट एंड सर्विसिज दियाँ। एक वीडियो मैं पा चुकिया, दूसरी तो तीसरी भी पाऊँगा। ये 25 तरीक नूं होया सी, ते 25 का ही क्योंकि 2 शिफ्टां च होया सी, 9 तो 11, एक तो 3 ऐ जे करके। ये मैं दोने पाऊँगा, एक पा चुकिया, दूजा भी पाऊँगा। तीजे दे विच 28 इस नूं होया, किहड़ा चल रहा हुण 28 अक्तूबर के नवंबर है, अक्तूबर नूं, हाँ नहीं सितंबर च होया सी, ये सितंबर च पेपर होया सी, सितंबर वाला। तो तुसीं ये 3 वीडियो भी जरूर देखियो, क्योंकि ये भी TCS ने लिया पेपर, तो हो सकता इन्हां दे विचों वो कॉपी करके पा दे, तेनू छड्डना नहीं। ध्यान नाल देखियो, ये भी आपां करांगे, मैं कराऊंगा, थोड़े लिए कराऊंगा मैं, अदरवाइज मेरा गला बहुत बैठा पिया है ना,
ਗੋਲੀ ਗੋਲੀ ਲੈ ਕੇ ਚੱਕ ਦਾਂਗੇ ਫਟੇ, ਆਪਾਂ ਕੋਈ ਗੱਲ ਨਹੀਂ, ਛੱਡਣਾ ਨਹੀਂ ਹੈਗਾ। ਪਰ ਇਹ ਤਾਂ ਜੇ ਹੁਣ ਆਪਾਂ ਕੁੱਤੀਆਂ ਤਾਹਾਂ ਲੈ ਗਏ ਤਾਂ ਫਿਰ ਤਾਂ ਹੀ ਰਹਿਣੀਆਂ ਚਾਹੀਦੀਆਂ, ਠੀਕ ਹੈ। ਤਾਂ ਕਰਕੇ ਮੈਂ ਕਰਾਊਂਗਾ, ਜੁੜੇ ਰਹੋ ਨਾਲ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਟੇਟਸ ਵੀ ਲਾਓ, ਆਪਣੇ ਗਰੁੱਪਾਂ ਦੇ ਵਿੱਚ ਪਾਓ, ਹੈ ਨਾ। ਤਾਂ ਮੈਨੂੰ ਉਸ ਚੀਜ਼ ਦੇ ਨਾਲ ਮੋਟੀਵੇਸ਼ਨ ਮਿਲਦਾ ਕਿ ਜ਼ਿਆਦਾ ਜਿੰਨੇ ਬੰਦੇ ਦੇਖਣਗੇ। ਇੱਕ ਕਮੈਂਟ ਜ਼ਰੂਰ ਕਰਿਆ ਕਰੋ, ਚਾਹੇ ਇਕੱਲਾ ਅੰਗੂਠਾ ਚੱਕਦਿਆ ਕਰੋ। YouTube ਦੇ ਐਲਗੋਰਿਥਮ ਇਸ ਤਰੀਕੇ ਨਾਲ ਹੀ ਕੰਮ ਕਰਦੇ ਨੇ, ਜਿੰਨਾ ਆਪਾਂ ਕਮੈਂਟ ਕਰਾਂਗੇ, ਲਾਈਕ ਕਰਾਂਗੇ, ਉਨੀ ਹੀ ਵੀਡੀਓ ਦੀ ਰੀਚ ਜ਼ਿਆਦਾ ਹੁੰਦੀ ਹੈ, ਠੀਕ ਹੈ। ਸੋ ਥੋੜ੍ਹਾ ਜਿਹਾ ਕਰਦਿਆ ਕਰੋ, ਕੋਈ ਦਿੱਕਤ ਨਹੀਂ। ਆਪਾਂ ਨੂੰ ਲੱਗਦਾ ਵਾਰੀ ਵਾਰੀ ਕੀ ਕਮੈਂਟ ਕਰੀਏ, ਅੰਗੂਠਾ ਚੱਕਦਿਆ ਕਰੋ ਬਸ। ਇੱਕ ਥੱਲੇ ਵੀ ਕਰ ਸਕਦੇ ਹੋ, ਨਹੀਂ ਵਧੀਆ ਲੱਗਿਆ ਕੋਈ, ਮੈਂ ਜ਼ਰੂਰੀ ਨਹੀਂ ਕਹਿੰਦਾ ਤਾਂ ਹੀ ਚੱਕਣਾ, ਠੀਕ ਹੈ। ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ।